ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਗੁਰੂ ਨਾਨਕ ਦੀ ਇਸ ਫੁਲਵਾੜੀ ਦੇ ਵਿੱਚ ਜੀ ਆਇਆਂ ਨੂੰ ਵੈਲਕਮ। ਔਰ ਜਿਸ ਤਰੀਕੇ ਦੇ ਨਾਲ ਇਹ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਇਹ ਕਲਾਸਿਸ ਸ਼ੇਅਰਿੰਗ ਚੱਲ ਰਹੀਆਂ ਹਨ, ਬਹੁਤ ਹੀ ਬਖਸ਼ਿਸ਼ ਨਾਲ ਕੋਈ ਨਾ ਕੋਈ ਚੀਜ਼ ਇੱਕ ਨਵੀਂ ਇਸ ਗਹਿਰਾਈ ਦੇ ਵਿੱਚੋਂ ਸਾਗਰ ਦੇ ਵਿੱਚੋਂ ਕੋਈ ਨਾ ਕੋਈ ਟ੍ਰੈਜਰ ਹਰ ਕਲਾਸ ਵਿੱਚੋਂ ਸਾਨੂੰ ਕੋਈ ਨਾ ਕੋਈ ਉਜਾਗਰ ਹੁੰਦਾ ਹੈਗਾ। ਇਹ ਅੱਜ ਦਾ ਜਿਹੜਾ ਟੌਪਿਕ ਮੇਰੇ ਵੀਰ ਲੈ ਰਹੇ ਹਨ ਉਹ ਇੱਕ ਬੜਾ ਇੱਕ ਐਕਚੁਅਲੀ ਤਾਂ ਸਿੰਪਲ ਜਿਹਾ ਲੱਗਦਾ ਹੈ ਲੇਕਿਨ ਬੜਾ ਅਦਭੁਤ ਹੈਗਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਦੂਸਰੇ ਦੀ ਆਈਡੈਂਟੀਟੀ ਨੂੰ ਪ੍ਰੋਟੈਕਟ ਕਰੀਏ, ਦੂਸਰੇ ਦੀ ਆਈਡੈਂਟੀਟੀ ਨੂੰ ਐਕਸੈਪਟ ਕਰੀਏ ਔਰ ਦੂਸਰੇ ਦੀ ਆਈਡੈਂਟੀਟੀ ਨੂੰ ਰਿਸਪੈਕਟ ਕਰੀਏ। ਅੱਜ ਸਾਰਾ ਸੰਸਾਰ ਇੰਨਾ ਸੈਲਫਿਸ਼ ਹੋ ਗਿਆ ਹੈ, ਉਹਨੂੰ ਖਾਲੀ ਆਪਣੀ ਆਈਡੈਂਟੀਟੀ, ਆਪਣੀ ਹੋਮੇ, ਆਪਣੀ ਐਗਜ਼ਿਸਟੈਂਸ, ਆਪਣਾ ਸਭ ਕੁਝ ਹੀ ਵਾਪਰਦਾ ਹੈ ਔਰ ਉਹ ਕਹਿੰਦਾ ਹੈ ਮੈਂ ਜੀ ਹਾਂ, ਬਾਕੀ ਜੋ ਮਰਜ਼ੀ ਹੋ ਜਾਏ। ਤੋ ਅੱਜ ਦਾ ਇਹ ਜੋ ਵਿਸ਼ੇ ਐਂਡ ਦੈਟ ਆਲਸੋ ਸਾਡਾ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਕਹਿੰਦਾ ਹੈਗਾ, ਉਹਦੇ ਨਾਲ ਸਾਨੂੰ ਐਕਸੈਪਟ, ਰਿਸਪੈਕਟ ਐਂਡ ਪ੍ਰੋਟੈਕਟ ਦੀ ਆਈਡੈਂਟੀਟੀ ਆਫ ਅਦਰਸ। ਔਰ ਦੂਜੇ ਦੀ ਜਿਸ ਦਿਨ ਕਹਿੰਦੇ ਹਨ ਅਸੀਂ ਅਗਰ ਕਿਸੇ ਧਰਮ ਦੀ ਇੱਜ਼ਤ ਕਰ ਲਈ, ਕਿਸੇ ਇਨਸਾਨ ਦੀ ਇੱਜ਼ਤ ਕਰ ਲਈ, ਜੋ ਅਸੀਂ ਬੀਜਾਂਗੇ ਉਹੀ ਸਾਨੂੰ ਮਿਲੇਗਾ। ਦੂਜੇ ਦੀ ਇੱਜ਼ਤ ਲੈ ਕੇ ਤੁਸੀਂ ਇੱਕ ਕਿਸਮ ਨਾਲ ਆਪੇ ਇੱਜ਼ਤ ਕਮਾਉਂਦੇ ਹੋ ਔਰ ਸੱਚੇ ਮਾਰਗ ਤੇ ਚੱਲਦੇ ਹੋ। ਇਹ ਹੀ ਸੱਚਾ ਮਾਰਗ ਹੈ। ਸੱਚੇ ਮਾਰਗ ਚਲਦੇ ਹਾਂ ਉਸਤਤ ਕਰੇ ਜਹਾਨ। ਆਓ ਵੀਰ ਜੀ, ਮੇਰੇ ਹਰਵਿੰਦਰਪਾਲ ਜੀ, ਜਿਸ ਤਰੀਕੇ ਦੇ ਨਾਲ ਐਜ਼ ਯੂਜੂਅਲ ਤੁਸੀਂ ਸਾਨੂੰ ਸਾਰਿਆਂ ਨੂੰ ਇਤਨੇ ਗਹਿਰਾਈ ਔਰ ਇਤਨੇ ਸਪਸ਼ਟ ਸਿੰਪਲਿਸਟਿਕ ਕੰਪਲੈਕਸਿਟੀ ਦੇ ਵਿੱਚ ਲੈ ਕੇ ਜਾਂਦੇ ਹੋ, ਉਹਦੇ ਵਿੱਚ ਅੱਜ ਸਾਡੇ ਨਾਲ ਸਾਂਝ ਕਰੋ। ਓਵਰ ਟੂ ਯੂ ਐਂਡ ਵੈਲਕਮ ਟੂ ਯੂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਤੁਸੀਂ ਐਕਸਪਲੇਨ ਕਰ ਹੀ ਦਿੱਤਾ ਕਿ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਇਹ ਬੜਾ ਇੱਕ ਨਵੇਕਲਾ ਜਿਹਾ ਵਿਸ਼ਾ ਹੈ, ਲੇਕਿਨ ਬੜਾ ਅਹਿਮ ਵਿਸ਼ਾ ਹੈ ਜਿਹੜਾ ਸਾਡੀ ਜ਼ਾਤੀ ਜ਼ਿੰਦਗੀਆਂ ਨਾਲ ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਕਲਚਰਲ ਤੌਰ ਤੇ ਬੜਾ ਹੀ ਇੰਪੋਰਟੈਂਟ ਔਰ ਬੜਾ ਸਮਝਣ ਵਾਲਾ ਇਹ ਵਿਸ਼ਾ ਹੈ। ਲੱਗਦਾ ਬੜਾ ਅਲੱਗ ਟਾਈਪ ਦਾ, ਲੇਕਿਨ ਇਹ ਸਾਡੀ ਜ਼ਿੰਦਗੀਆਂ ਨਾਲ ਇਤਨਾ ਨੇੜੇ ਜੁੜਿਆ ਹੋਇਆ ਹੈ ਜਿਹਦੇ ਨਾਲ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਅਫੈਕਟ ਵੀ ਹੋ ਰਹੀਆਂ ਨੇ। ਤੋ accept, respect and protect the identity of others। ਦੇਖੋ, ਇਸ ਯੂਨੀਵਰਸ ਦੇ ਵਿੱਚ, ਕੁਦਰਤ ਵਿੱਚ ਹਰ ਇੱਕ ਦੀ ਆਪਣੀ ਆਪਣੀ ਪਛਾਣ ਹੈ, ਹੋਂਦ ਹੈ, ਅਤੇ ਇਸ ਹੋਂਦ ਰਾਹੀਂ, ਇਸ ਆਇਡੈਂਟੀਟੀ ਰਾਹੀਂ ਉਹਨਾਂ ਦੀ ਜਿਹੜੀ ਹੈ ਉਹ ਪਛਾਣ ਹੈ। ਉਸੇ ਤਰ੍ਹਾਂ ਜਿਵੇਂ ਬਨਸਪਤੀ ਦੇ ਵਿੱਚ, ਜਿਵੇਂ ਕੁਦਰਤ ਵਿੱਚ ਹਰ ਇੱਕ ਚੀਜ਼ ਦੀ ਆਪਣੀ ਆਇਡੈਂਟੀਟੀ ਹੈ, ਉਸੇ ਤਰ੍ਹਾਂ ਮਨੁੱਖਤਾ ਵਿੱਚ ਵੀ ਹਰ ਮਨੁੱਖ ਦੀ ਆਪਣੀ ਹੋਂਦ ਹੈ, ਆਪਣੀ ਪਛਾਣ ਜਿਹੜੀ ਹੈ ਉਹ ਹੁੰਦੀ ਹੈ। ਮੈਂ ਇਹਨੂੰ ਸਮਝਾਉਣ ਲਈ ਥੋੜਾ ਜਿਹਾ ਹੋਰ ਤੁਹਾਨੂੰ ਦੱਸ ਦਿਆਂ ਕਿ ਆਇਡੈਂਟੀਟੀ ਜਿਹੜੀ ਹੈ ਇਜ਼ ਐਨ ਇੰਪੋਰਟੈਂਟ ਪਾਰਟ ਆਫ ਏ ਪਰਸਨ ਲਾਈਫ। ਇੱਕ ਹੈ ਨਿੱਜੀ ਪਛਾਣ, ਕਿ ਤੁਹਾਡਾ ਨਾਮ ਕੀ ਹੈ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਤੁਹਾਡਾ ਮਜ਼ਹਬ ਕੀ ਹੈ, ਤੁਹਾਡੀ ਉਮਰ, ਤੁਹਾਡੀ ਜਾਤ, ਤੁਹਾਡੀ ਮਦਰ ਟੰਗ, ਮਾਂ ਭਾਸ਼ਾ ਕੀ ਹੈ, ਤੁਹਾਡੀ ਪਰਿਵਾਰਕ ਪਹਿਚਾਣ ਕੀ ਹੈ, ਪਿਤਾ ਦਾ ਨਾਮ ਉਹਦੇ ਵਿੱਚ ਆ ਜਾਂਦਾ। ਤੁਸੀਂ ਸੱਭਿਆਚਾਰਕ ਜਾਂ ਧਾਰਮਿਕ ਤੌਰ ਤੇ, ਜਿਵੇਂ ਮੈਂ ਮਜ਼ਹਬ ਤੌਰ ਤੇ ਕਹਿ ਦਿੱਤਾ। ਪਰ ਇੱਕ ਆਇਡੈਂਟੀਟੀ ਹੈ ਜਿਹੜੀ ਤੁਹਾਡੀ ਸੈਲਫ ਦੀ ਹੈ, ਆਪਣੀ ਅੰਤःਕਰਨ ਦੀ, ਤੁਹਾਡੀ ਸੋਚ ਦੀ ਪਹਿਚਾਣ, ਤੁਹਾਡੀ ਨਿੱਜੀ ਹੋਂਦ। ਇਹ ਅੱਜ ਅਸੀਂ ਉਸ ਆਇਡੈਂਟੀਟੀ ਦੀ ਗੱਲ ਕਰਨੀ ਹੈ। ਦੇਖੋ, ਕਿਸੇ ਟਾਈਮ ਮੇਰੇ ਕੋਲ ਕੁਝ ਥੋੜੀ ਫਿਗਰ ਹੈ ਕਿ 1780 ਵਿੱਚ ਵਿਸ਼ਵ ਦੀ ਆਬਾਦੀ ਸਿਰਫ 80 ਕਰੋੜ ਸੀ ਔਰ ਅੱਜ ਲਗਭਗ 241 ਸਾਲ ਬਾਅਦ ਜਿਹੜੀ ਹੈ ਇਸ ਧਰਤੀ ਦੀ ਆਬਾਦੀ ਲਗਭਗ ਜਿਹੜੀ ਹੈ 11 ਗੁਣਾ 11 ਟਾਈਮ ਔਰ 12 ਟਾਈਮ ਦੇ ਕਰੀਬ ਵੱਧ ਚੁੱਕੀ ਹੈ। ਔਰ ਇਹ ਜਦੋਂ ਅਸੀਂ ਵਿਸ਼ਵ ਦੀ ਆਬਾਦੀ ਦੀ ਗੱਲ ਕਰਦੇ ਹਾਂ ਤੇ ਆਤਮ ਜਾਤ ਨਹੀਂ ਵੱਧ ਰਿਹਾ, ਮਨੁੱਖਤਾ ਨਹੀਂ ਵੱਧ ਰਹੀ, ਇਹ ਜਿਹੜੀ ਹੈ ਇਹ ਭੀੜ ਵੱਧ ਰਹੀ ਹੈ, ਭੀੜਾਂ ਬਣ ਗਈਆਂ ਨੇ। ਮਾਈਂਡਡ, ਜਿਤਨੀ ਭੀੜ ਵੱਧ ਰਹੀ ਹੈ ਲੋਕ ਉਤਨੇ ਹੀ ਇਕੱਲੇ ਹੋ ਰਹੇ ਨੇ।
ਇਹ ਅਸੀਂ ਪਹਿਲੇ ਵੀ 1-2 ਟੌਪਿਕਸ ਵਿੱਚ ਸਾਡਾ ਥੋੜਾ ਜਿਹਾ ਅਸੀਂ ਇਸ ਵਿਸ਼ੇ ਨੂੰ ਟੱਚ ਕੀਤਾ ਸੀ। ਤੇ ਲੋਕ ਤਾਂ ਨਹੀਂ ਇਕੱਲੇ ਹੁੰਦੇ ਜਾ ਰਹੇ ਨੇ, ਕਿਉਂਕਿ ਇਕੱਲੇ ਹੁੰਦੇ ਜਾ ਰਹੇ ਨੇ, ਲੋਨਲੀਨੈਸ ਵਿੱਚ ਆ ਰਹੇ ਨੇ, ਨਿਰਾਸ਼ ਹੁੰਦੇ ਜਾ ਰਹੇ ਨੇ, ਨਾਲ ਦੇ ਨਾਲ ਜਿਹੜੀ ਡਿਪਰੈਸ਼ਨ ਦੀਆਂ ਗੱਲਾਂ ਜਾਂ ਸੁਸਾਈਡਲ ਟੈਂਡੈਂਸੀਜ਼ ਹੈਗੀਆਂ ਜਾਂ ਜੰਗਲੀ ਬਿਰਤੀਆਂ ਜਿਹੜੀਆਂ ਵੱਧ ਰਹੀਆਂ ਨੇ, ਸ਼ਾਇਦ ਉਸ ਦਾ ਮੇਨ ਰੀਜ਼ਨ ਇਹ ਹੈ। ਔਰ ਇਤਿਹਾਸ ਦੱਸਦਾ ਹੈ ਕਿ ਇਸ ਬਿਰਤੀ ਦੇ ਨਾਲ ਸਮੇਂ ਦੀ ਧੂੜ ਹੇਠਾਂ ਹਜ਼ਾਰਾਂ ਸ਼ਹਿਰ, ਹਜ਼ਾਰਾਂ ਸਭਿਅਤਾਵਾਂ, ਹਜ਼ਾਰਾਂ ਭਾਸ਼ਾਵਾਂ, ਹਜ਼ਾਰਾਂ ਪਹਿਚਾਨਾਂ ਜਿਹੜੀਆਂ ਨੇ ਉਹ ਦਬ ਚੁੱਕੀਆਂ ਨੇ, ਉਹ ਖਤਮ ਹੋ ਚੁੱਕੀਆਂ ਨੇ। ਇਸ ਧਰਤੀ ਤੇ ਉਹਨਾਂ ਦਾ ਅੱਜ ਨਾਮ ਵੀ ਨਹੀਂ ਹੈ। ਯੂਨੈਸਕੋ ਦੀ ਇੱਕ ਰਿਪੋਰਟ ਦੇਖ ਰਿਹਾ ਸੀ, ਉਹਦੇ 'ਚ ਲਿਖਿਆ ਕਿ ਕਿਤਨੀਆਂ ਭਾਸ਼ਾਵਾਂ, ਕਿਤਨੇ ਹੀ ਸੱਭਿਆਚਾਰ ਖਤਮ ਹੋਣ ਜਾ ਰਹੇ ਨੇ। ਯੂਨੈਸਕੋ ਕਹਿ ਰਿਹਾ ਕਿ ਆਉਣ ਵਾਲੇ 10, 15, 20, 25 ਸਾਲਾਂ ਵਿੱਚ ਬੜੀਆਂ ਭਾਸ਼ਾਵਾਂ ਔਰ ਬੜੇ ਸੱਭਿਆਚਾਰ ਜਿਹੜੇ ਨੇ ਇਸ ਧਰਤੀ ਤੋਂ ਖਤਮ ਹੋ ਰਹੇ ਨੇ। ਔਰ ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ। ਵਿਚਾਰ ਕਰੀਏ, ਮੈਂ ਸਾਡੇ ਨਾਲ ਕੰਸਰਨ ਇਸ ਲਈ ਹੈ ਕਿ ਕਈ ਵਾਰੀ ਕਹਿ ਦਿੰਦੇ ਨੇ ਕਿ ਆਉਣ ਵਾਲੇ 50 ਸਾਲ ਬਾਅਦ ਜਿਹੜੀ ਹੈ ਪੰਜਾਬੀ ਭਾਸ਼ਾ ਜਿਹੜੀ ਹੈ, ਪੰਜਾਬੀ ਬੋਲਣ ਵਾਲੇ ਲੋਕ ਨੇ, ਉਹ ਬਿਲਕੁਲ ਫਿਨਿਸ਼ ਹੋ ਜਾਣਗੇ, ਕਿਉਂਕਿ ਸਾਡੇ ਸਮਾਜ ਵਿੱਚ, ਸਾਡੀ ਕੌਮ ਦੇ ਵਿੱਚ ਸਾਡੇ ਹੀ ਬੱਚਿਆਂ ਨੂੰ ਆਪਣੀ ਮਾਂ ਭਾਸ਼ਾ ਜਿਹੜੀ ਹੈ ਉਹ ਨਹੀਂ ਆ ਰਹੀ। ਆਪਣੇ ਸੱਭਿਆਚਾਰ ਤੋਂ ਹੀ ਸਾਡੇ ਬੱਚੇ ਦੂਰ ਹੋ ਰਹੇ ਨੇ, ਆਪਣੀ ਸਿੱਖ ਤੋਂ, ਆਪਣੀ ਭਾਸ਼ਾ ਤੋਂ, ਆਪਣੇ ਇਸ਼ਕ ਤੋਂ। ਔਰ ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਸੀ। ਇਸ ਬਾਰੇ ਪਹਿਲੇ ਵੀ ਕਈ ਵਾਰ ਥੋੜਾ ਬਹੁਤ ਗੱਲ ਕਰ ਚੁੱਕੇ ਹਾਂ ਤੇ ਚਿੰਤਾ ਦਾ ਵਿਸ਼ਾ ਹੈ। ਔਰ ਵਿਚਾਰ ਕਰੀਏ ਕਿ ਅਸੀਂ ਤੁਸੀਂ ਵੀ ਕਿਧਰੇ ਇਹ ਜਿਹੜੀ ਗੱਲ ਕਰ ਰਹੇ ਹਾਂ ਕਿ ਜਿਹੜੀਆਂ ਸਭਿਤਾਵਾਂ ਨੇ ਮਿੱਟੀ 'ਚ ਮਿਲ ਗਈਆਂ ਨੇ, ਕਈ ਅਸੀਂ ਤੁਸੀਂ ਤਾਂ ਨਹੀਂ ਖਤਮ ਹੋਣ ਜਾ ਰਹੇ ਇਸ ਧੂੜ ਦੇ ਹੇਠਾਂ? ਅਸੀਂ ਤਾਂ ਨਹੀਂ ਕਿੱਥੇ ਐਕਲਿਪਸ ਹੋ ਜਾਣਾ? ਅਸੀਂ ਜ਼ਿੰਦਾ ਹਾਂ ਜਾਂ ਮਰ ਚੁੱਕੇ ਹਾਂ? ਇਹ ਇੱਕ ਬੜਾ ਵੱਡਾ ਸਵਾਲ ਹੈ। ਜਦੋਂ ਮੈਂ ਮਰ ਚੁੱਕਿਆ ਤਾਂ ਫਿਜ਼ੀਕਲ ਮੌਤ ਦੀ ਗੱਲ ਨਹੀਂ ਹੋ ਰਹੀ, ਆਪਣੀ ਆਇਡੈਂਟੀਟੀ ਦੀ ਗੱਲ ਹੋ ਰਹੀ ਹੈ, ਪਛਾਣ ਦੀ ਹੋ ਰਹੀ ਹੈ। ਇਸ ਲਈ ਸਾਨੂੰ ਇਹ ਜ਼ਮੀਨ ਖੋਦਣੀ ਪਏਗੀ, ਇੰਟਰੋਸਪੈਕਸ਼ਨ ਕਰਨੀ ਪਏਗੀ ਕਿ ਸਮਾਜਿਕ ਤੌਰ ਤੇ, ਕੌਮੀ ਤੌਰ ਤੇ ਜਾਂ ਇੰਡੀਵਿਜੂਅਲੀ ਸਾਡੀ ਜਿਹੜੀ ਹੈ ਉਹ ਆਇਡੈਂਟੀਟੀ, ਪਹਿਚਾਣ ਇਸ ਦੁਨੀਆ ਤੋਂ ਖਤਮ ਤਾਂ ਨਹੀਂ ਹੋ ਰਹੀ। ਦੇਖੋ, ਆਬਾਦੀ ਵਧਣ ਨਾਲ ਵਿਅਕਤੀਆਂ ਵਿੱਚ ਅਸਤਿਤਵ ਲਈ, ਆਪਣੀ ਹੋਂਦ ਲਈ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਔਰ ਜਿੱਥੇ ਜੀਵਨ ਲਈ ਸੰਘਰਸ਼ ਕਰਨਾ ਪਵੇ, ਛੋਟੀ ਛੋਟੀ ਗੱਲਾਂ ਤੇ ਮਰਨ ਮਾਰਨ ਦੀ ਨੌਬਤ ਆ ਜਾਵੇ, ਉੱਥੇ ਅਮੀਰ ਸੱਭਿਆਚਾਰ ਜਿਹੜੇ ਹੈਰੀਟੇਜ ਕਹਿ ਲਵਾਂ, ਉਹਦਾ ਜਿਹੜਾ ਹੋਣਾ ਜਾਂ ਉਹਦਾ ਸਰਵਾਈਵ ਕਰਨਾ ਅਸੰਭਵ ਹੋ ਜਾਂਦਾ ਹੈ। ਔਰ ਮੈਂ ਇਸ ਬਾਰੇ ਪਹਿਲੇ ਵੀ ਚਿੰਤਾ ਕੀਤੀ ਹੈ ਕਿ ਧਰਮ ਦੇ ਨਾਂ ਤੇ ਅਸੀਂ ਇਤਨੇ ਭਾਵਕ ਹੋ ਚੁੱਕੇ ਹਾਂ। ਕੌਮੀ ਤੌਰ ਤੇ ਸਾਡੀ ਕੋਈ ਬੁਰਾਈ ਹੋਵੇ ਤਾਂ ਅਸੀਂ ਗੁੱਸੇ ਵਿੱਚ ਦੁਖੀ ਹੁੰਦੇ ਹਾਂ, ਤਾਰੀਫ ਹੋਵੇ ਤਾਂ ਅਸੀਂ ਮਾਣ ਕਰਦੇ ਹਾਂ, ਭਾਵੇਂ ਉਹ ਝੂਠੀ ਤਾਰੀਫ ਹੀ ਸਾਡੀ ਕੌਮੀ ਤੌਰ ਤੇ ਕੋਈ ਕਰ ਰਿਹਾ ਹੈ। ਸਾਡਾ ਸੁੱਖ, ਸਾਡਾ ਦੁੱਖ ਦੂਸਰਿਆਂ ਦੇ ਹੱਥ ਵਿੱਚ ਆ ਗਿਆ। ਜਦੋਂ ਮਰਜ਼ੀ ਸਾਨੂੰ ਇਮੋਸ਼ਨਲ ਕਰ ਸਕਦੇ ਨੇ। ਐਨੀਵਨ ਕੈਨ ਪ੍ਰੈਸ ਐਨੀਵਨਸ ਇਮੋਸ਼ਨਲ ਬਟਨ। ਕਿ ਕੋਈ ਸਿੱਖਾਂ ਦੀ ਤਾਰੀਫ ਕਰ ਦੇਵੇ ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ, ਭਾਵੇਂ ਉਹ ਝੂਠੀ ਤਾਰੀਫ ਹੋਵੇ। ਕੋਈ ਸਿੱਖਾਂ ਬਾਰੇ ਗਲਤ ਬੋਲ ਦੇਵੇ ਤਾਂ ਅਸੀਂ ਇਤਨੇ ਇਮੋਸ਼ਨਲ ਹੋ ਜਾਂਦੇ ਹਾਂ, ਅਸੀਂ ਤਲਵਾਰਾਂ ਤੱਕ ਕੱਢ ਲੈਂਦੇ ਹਾਂ। ਤਾਂ ਇਹ ਜਿਹੜੀ ਸਥਿਤੀ ਆ ਗਈ ਹੈ ਕਿ ਸਾਡੇ ਇਮੋਸ਼ਨਲ ਬਟਨ ਜਿਹੜੇ ਨੇ, ਉਹ ਸਾਨੂੰ ਕੋਈ ਵੀ ਸਾਡਾ ਦੁਸ਼ਮਣ, ਸਾਨੂੰ ਸੜਕਾਂ ਦੇ ਉੱਤੇ ਸਾਡੇ ਨੌਜਵਾਨਾਂ ਨੂੰ ਸੜਕਾਂ ਤੇ ਲਿਆਉਣ ਲਈ, ਇੱਕ ਜੋ ਹੈ ਗੁੱਸੇ ਤੇ ਨਫ਼ਰਤ ਵਿੱਚ ਲਿਆਉਣ ਲਈ ਕੋਈ ਵੀ ਸਾਡੇ ਇਮੋਸ਼ਨਲ ਦਾ ਬਟਨ ਦਬਾ ਸਕਦਾ ਹੈ। ਛੋਟੀ ਛੋਟੀ ਗੱਲ ਤੇ ਅਸੀਂ ਇਤਨੇ ਸੈਂਸਿਟਿਵ, ਇਤਨੇ ਇਮੋਸ਼ਨਲ ਹੋ ਚੁੱਕੇ ਹਾਂ ਕਿ ਅਸੀਂ ਬਿਨਾਂ ਸੋਚੇ ਸਮਝੇ ਐਸੀਆਂ ਮੁਸੀਬਤਾਂ ਦੇ ਵਿੱਚ ਫਸ ਰਹੇ ਹਾਂ। ਕੌਮੀ ਤੌਰ ਤੇ ਮੈਂ ਕਹਿ ਰਿਹਾ ਕਿ ਉਸ ਤੋਂ ਫਿਰ ਨਿਕਲਣਾ ਬੜਾ ਮੁਸ਼ਕਲ ਹੁੰਦਾ ਹੈ। ਔਰ ਇੱਕ ਦੂਸਰੇ ਪ੍ਰਤੀ ਜਿਹੜੀ ਸੈਂਸਿਟਿਵਿਟੀ ਹੈ ਉਹ ਖਤਮ ਹੋ ਰਹੀ ਹੈ। ਮੈਂ ਦੇਖਦਾ ਤੇ ਪੜ੍ਹਿਆ ਵੀ ਹੈ ਤੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਵੀ ਹੈ। ਤੁਹਾਡੇ ਵਿੱਚ ਬੜੇ ਐਸੇ ਹੋਣਗੇ ਜਿਹੜਾ ਮੈਂ ਜ਼ਿਕਰ ਕਰਨ ਜਾ ਰਿਹਾ ਸਮੇਂ ਦਾ, ਉਹ ਸਮਾਂ ਤੁਸੀਂ ਦੇਖਿਆ ਹੋਣਾ ਕਿ ਪਹਿਲੇ ਜਿਹੜੇ ਲੋਕ ਸੀ ਉਹ ਦੀਵੇ ਵਾਂਗ ਹੁੰਦੇ ਸਨ। ਲੋਕਾਂ ਦੀ ਸ਼ਖਸੀਅਤ, ਜੇ ਪਰਸਨੈਲਿਟੀ ਹੈ, ਉਹ ਦੀਵੇ ਵਰਗੀ ਹੁੰਦੀ ਸੀ, ਅਪਦੀਪੋ ਭਵ ਵਰਗੀ। ਔਰ ਦੀਵੇ ਦੀ ਰੋਸ਼ਨੀ ਵਿੱਚ ਸਾਰੇ ਹੀ ਸੋਹਣੇ ਲੱਗਦੇ ਸੀ। ਉਹ ਜਿਹੜੇ ਨੇ ਉਹ ਰੋਸ਼ਨੀ ਵੰਡਦੇ ਸੀ, ਇਤਨਾ ਆਪਸ ਵਿੱਚ ਪਿਆਰ ਪ੍ਰੇਮ। ਇੱਕ ਕਹਾਵਤ ਹੈ ਕਿ ਜਦੋਂ ਧਰਤੀ ਤੇ ਪਹਿਲੀ ਵਾਰ ਸੂਰਜ ਡੁੱਬਣ ਲੱਗਾ ਤਾਂ ਉਸਨੇ ਕਿਹਾ, ਸੂਰਜ ਨੇ ਕਿਹਾ ਕਿ ਮੈਂ ਅਗਰ ਡੁੱਬ ਜਾਵਾਂਗਾ, ਮੇਰੇ ਜਾਣ ਤੋਂ ਬਾਅਦ ਹਨੇਰੇ ਵਿੱਚ ਮੇਰੀ ਹਾਜ਼ਰੀ ਕੌਣ ਲਵਾਏਗਾ?
ਤਾਂ ਦੀਵੇ ਨੇ ਬੜੀ ਨਿਮਰਤਾ ਵਿੱਚ ਕਿਹਾ ਕਿ ਮੈਂ ਯਤਨ ਕਰਾਂਗਾ। ਔਰ ਦੀਵੇ ਯਤਨ ਕਰਦੇ ਰਹੇ, ਦੀਵਾ ਹਮੇਸ਼ਾ ਜਲਦਾ ਰਹੇ, ਰੋਸ਼ਨੀ ਵੰਡਦੇ ਰਹੇ। ਪਰ ਕਿੱਥੇ ਨਾ ਕਿੱਥੇ ਸ਼ਾਇਦ ਨਲਾਇਕੀ ਕਰਕੇ ਸਾਡੀ ਜਾਂ ਉਸ ਰੋਸ਼ਨੀ ਨੂੰ ਨਾਕਾਮ ਬਣਾਉਣ ਦੀ ਕੋਸ਼ਿਸ਼ ਹੋਈ। ਤਕਸੀਮਾਂ ਕਰਕੇ, ਆਪਸ ਵਿੱਚ ਵੈਰ ਵਿਰੋਧ ਕਰਕੇ ਅਸੀਂ ਤਕਸੀਮ ਹੋ ਗਏ। ਅਸੀਂ ਜ਼ਬਾਨੀ ਤੌਰ ਤੇ ਤਕਸੀਮ ਹੋ ਗਏ, ਮਜ਼ਹਬੀ ਤੌਰ ਤੇ ਹੋ ਗਏ, ਸੱਭਿਆਚਾਰਕ ਤੌਰ ਤੇ ਹੋ ਗਏ, ਕੌਮੀ ਤੌਰ ਤੇ ਹੋ ਗਏ। ਅਬਾਵਾਲ ਅਸੀਂ ਇਨਸਾਨੀ ਤੌਰ ਤੇ ਵੀ ਅੱਜ ਜਿਹੜੀ ਹੈ ਅਸੀਂ ਤਕਸੀਮ ਹੋਏ ਹਾਂ। ਇੱਥੇ ਜਿਹੜਾ ਜਦੋਂ ਮੈਂ ਦੀਵਾ ਕਿਹਾ ਤਾਂ ਸਿੰਪਲਸਿਟੀ ਤੇ ਆਪਸੀ ਪ੍ਰੇਮ ਭਾਵ ਨੂੰ ਮੈਂ ਜੋ ਹੈ ਪ੍ਰਤੀਕ ਬਣਾ ਕੇ ਕਿਹਾ ਸੀ। ਅੱਜ ਜਿਹੜਾ ਹੈ ਉਹ ਭਾਵੇਂ ਅਸੀਂ 21ਵੀਂ ਸੈਂਚੁਰੀ ਵਿੱਚ ਵਿਚਰ ਰਹੇ ਹਾਂ ਤੇ ਹਰ ਨਾਮੁਮਕਿਨ ਨੂੰ ਮੁਮਕਿਨ ਵੀ ਕੀਤਾ ਜਾ ਰਿਹਾ ਹੈ। ਤੇ ਅੱਜ ਪਰ ਜਦੋਂ ਅਸੀਂ ਇਨਸਾਨੀ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਹਨੇਰਾ ਨਜ਼ਰ ਆਉਂਦਾ ਹੈ। ਔਰ ਇਸ ਮਾਹੌਲ ਦੇ ਵਿੱਚ ਜਿਹੜੀ ਮਨੁੱਖ ਨੇ ਆਪਣੀ ਪਛਾਣ, ਆਪਣੀ ਹੋਂਦ ਜਿਹੜੀ ਸੀ ਉਹ ਜਿਹੜੀ ਕਾਇਮ ਰਹਿਣੀ ਚਾਹੀਦੀ ਸੀ, ਉਹ ਮਨੁੱਖ ਗਵਾ ਰਿਹਾ ਹੈ ਤਕਸੀਮ ਹੋ ਕੇ। ਮਜ਼ਹਬੀ ਤੌਰ ਤੇ ਜਿਹੜੀ ਹੈ ਅਸੀਂ ਜਿਹੜੀ ਮੈਂ ਪਹਿਲਾਂ ਜ਼ਿਕਰ ਕੀਤਾ ਹੈ। ਔਰ ਅੱਜ ਇੱਕ ਗੱਲ ਹੋਰ ਬੜੀ ਨੋਟ ਕਰਨਾ ਕਿ ਅੱਜ ਇਨਸਾਨ ਦਾ ਤੇ ਇਨਸਾਨੀਅਤ ਦਾ ਜਿਤਨਾ ਸ਼ੋਸ਼ਣ, ਜਿਤਨਾ ਐਕਸਪਲੋਟੇਸ਼ਨ ਦੋ ਗੱਲਾਂ ਤੇ ਹੋ ਰਿਹਾ, ਇੱਕ ਵਤਨ ਦੇ ਨਾਂ ਤੇ, ਇੱਕ ਮਜ਼ਹਬ ਦੇ ਨਾਂ ਤੇ। ਮੇਰੀ ਗੱਲ ਨੂੰ ਇਹਨੂੰ ਸਮਝ, ਇੱਕ ਵਤਨ ਦੇ ਨਾਂ ਤੇ, ਇੱਕ ਮਜ਼ਹਬ ਦੇ ਨਾਂ ਤੇ ਇਨਸਾਨ ਤਕਸੀਮ ਹੋ ਰਿਹਾ। ਔਰ ਅਸੀਂ ਆਪਣੇ ਆਸ-ਪਾਸ ਦੇ ਵਾਤਾਵਰਨ ਦੇਖ ਰਹੇ ਹਾਂ। ਹਰ ਵਿਅਕਤੀ ਦੀ ਜਿਹੜੀ ਅੱਜ ਵਿਸ਼ਵ ਦੇ ਵਿੱਚ ਹਰ ਵਿਅਕਤੀ ਆਪਣੀ ਆਇਡੈਂਟੀਟੀ ਲਈ, ਆਪਣੀ ਪਛਾਣ ਲਈ ਜਿਹੜੀ ਹੈ ਉਹਨੂੰ ਚਿੰਤਾ ਹੋ ਰਹੀ ਹੈ। ਅਤੇ ਇਸ ਹੋਂਦ ਦੀ ਚਿੰਤਾ ਦੇ ਜਿਹੜਾ ਅਹਿਸਾਸ ਹੈ ਉਹ ਵਿਅਕਤੀਗਤ ਤੌਰ ਤੇ ਵੀ ਹੋ ਰਿਹਾ ਹੈ। ਮੈਨੂੰ ਮੇਰਾ ਵਿਅਕਤੀਗਤ ਤੌਰ ਤੇ ਵੀ ਹੋ ਰਿਹਾ ਕਿ ਮੇਰੀ ਪੁੱਛ ਨਹੀਂ ਹੋ ਰਹੀ, ਮੇਰੀ ਪਛਾਣ ਨਹੀਂ ਹੋ ਰਹੀ। ਆਮ ਪੜ੍ਹੇ ਲਿਖੇ ਬੰਦੇ ਜਿਹੜੇ ਉਹ ਸੜਕਾਂ ਤੇ, ਗਿਆਨੀ ਜਿਹੜੇ ਨੇ ਉਹ ਸੜਕਾਂ ਤੇ ਰੁਲ ਰਹੇ ਨੇ, ਲੇਕਿਨ ਜਿਹੜੇ ਅਨਪੜ੍ਹ ਪਰ ਪੈਸੇ ਵਾਲੇ ਹੋਣ ਉਹਨਾਂ ਦੀ ਕਦਰ ਹੋ ਰਹੀ ਹੈ। ਇਹ ਹੈ ਕਿ ਉਹਦੀ ਪੜ੍ਹੇ ਲਿਖੇ ਦੀ ਪਹਿਚਾਣ ਜਿਹੜੀ ਹੈ ਉਹ ਐਕਲਿਪਸ ਹੋ ਰਹੀ ਹੈ, ਜਿਸ ਨਾਲ ਕਿ ਉਹ ਡਿਪਰੈਸ਼ਨ ਵਿੱਚ ਆ ਰਿਹਾ ਹੈ। ਤੋ ਧਿਆਨ ਇਹ ਰੱਖਣਾ ਕਿ ਧਾਰਮਿਕ ਤੌਰ ਤੇ ਵੀ, ਸਮਾਜਿਕ ਤੌਰ ਤੇ, ਕੌਮੀ ਤੌਰ ਤੇ ਵੀ ਇਹ ਜਿਹੜੀ ਹੈ ਇਹਦਾ ਅਹਿਸਾਸ ਸਾਨੂੰ ਹੋ ਰਿਹਾ ਜਦੋਂ ਅਸੀਂ ਵੀ ਬਿਲੋਂਗ ਟੂ ਮਿਨੋਰਿਟੀ ਕਮਿਊਨਿਟੀ। ਜਦੋਂ ਅਸੀਂ ਪੰਜਾਬੀ ਬਾਰੇ ਗੱਲ ਕਰੀਏ ਤਾਂ ਅਸੀਂ ਚਿੰਤਾ ਕਰਦੇ ਹਾਂ ਕਿ ਸਾਡੀ ਭਾਸ਼ਾ ਦੀ ਜਿਹੜੀ ਸਾਡੀ ਹੋਂਦ ਹੈ ਉਹ ਜਿਹੜੀ ਹੈ ਉਹ ਬੜੀ ਖਤਰੇ ਵਿੱਚ ਹੈ। ਕੌਮੀ ਤੌਰ ਤੇ ਸਾਡੀ ਜਿਹੜੀ ਇਹ ਦਿੱਖ ਹੈ, ਪੂਰਨ ਤੌਰ ਤੇ ਸਿੱਖ ਵਾਲੀ ਦਿੱਖ ਹੈ, ਉਹ ਜਿਹੜੀ ਹੈ ਸਾਡੇ ਅੱਜ ਦੇਖ ਰਹੇ ਹਾਂ ਤਾਂ ਉਸ ਤੋਂ ਜਿਹੜੇ ਬੱਚੇ ਨੇ ਉਹ ਮੁਨਕਰ ਹੋ ਰਹੇ ਨੇ। ਤੋ ਅੱਜ ਵਿਸ਼ਵ ਵਿੱਚ ਜਿਤਨੀ ਵੀ ਮੈਂ ਸਮਝਦਾ ਵਾਇਲੈਂਸ ਹੈ ਜਾਂ ਅਨਰੈਸਟ ਹੈ, ਇਹ ਹਫੜਾ ਦਫੜੀ ਹੈ, ਸਭ ਦਾ ਕਾਰਨ ਕਿੱਥੇ ਨਾ ਕਿੱਥੇ ਰੂਟ ਕਾਜ਼ ਜਿਹੜਾ ਉਹ ਹੈ ਕਿ ਉਹ ਹੋਂਦ ਦੀ ਜਿਹੜੀ ਹੈ ਨਾ ਉਹਦੀ ਹੋਂਦ ਨੂੰ ਖਤਰਾ ਲੱਗ ਰਿਹਾ ਉਸ। ਤੋ ਉਹ ਜਿਹੜੀ ਸਪੇਸ ਚਾਹੀਦੀ ਹੈ ਹਰ ਇੱਕ ਨੂੰ, ਜੋ ਉਸਦਾ ਹੱਕ ਹੈ, ਜੋ ਉਸਦਾ ਰਾਈਟ ਹੈ, ਉਸ ਨੂੰ ਨਹੀਂ ਮਿਲ ਰਿਹਾ। ਘਰਾਂ ਵਿੱਚ, ਸਮਾਜਾਂ ਵਿੱਚ, ਕੌਮਾਂ ਵਿੱਚ ਇਸ ਦੀ ਫਿਕਰ ਹੈ। ਔਰ ਇਤਿਹਾਸ ਗਵਾਹ ਹੈ ਕਿ ਕਿਤਨੇ ਹੀ ਸੱਭਿਆਚਾਰ ਔਰ ਸਾਡੇ ਦੇਸ਼ ਦੇ ਕਿੰਨੀਆਂ ਭਾਸ਼ਾਵਾਂ ਜਿਹੜੀਆਂ ਨੇ ਉਹ ਖਤਮ ਹੋ ਰਹੀਆਂ ਨੇ। ਦੇਖੋ, ਇੱਕ ਹੁੰਦੀ ਹੈ ਇਕਸਾਰਤਾ ਔਰ ਇੱਕ ਹੁੰਦੀ ਹੈ ਇੱਕ ਸੁਰਤਾ। ਅਸੀਂ ਇਸ ਨੂੰ ਜ਼ਿਆਦਾ ਜਿਹੜਾ ਤਵੱਜੋ ਦੇ ਰਹੇ ਹਾਂ ਸਾਡੇ ਇਸ ਵਿਸ਼ੇ ਵਿੱਚ, ਕਿਉਂਕਿ ਜਿਹੜੀਆਂ ਅੱਜ ਵੱਡੀਆਂ ਤਾਕਤਾਂ ਨੇ ਉਹ ਮਗਰਮੱਛ ਦੀ ਤਰ੍ਹਾਂ ਲੋਕਾਂ ਦੀ ਜਿਹੜੀ ਹੋਂਦ ਹੈ, ਲੋਕਾਂ ਦੀ ਜਿਹੜੀ ਹਸਤੀ ਹੈ, ਲੋਕਾਂ ਦੀ ਸਭਿਤਾ ਜਿਹੜੀ ਹੈ ਉਹ ਹਜਮ ਕਰ ਰਹੀ ਹੈ। ਤੋ ਜਿਹੜੀ ਹੈ ਇਕਸਾਰਤਾ ਤੇ ਇਕਸੁਰਤਾ ਹੈ, ਅਸੀਂ ਜੋ ਹੈ ਇਹਨੂੰ ਸਮਝਣਾ। ਇਕਸਾਰਤਾ ਕੀ ਹੈ? ਸਭ ਇੱਕੋ ਜਿਹੇ ਹੋ ਜਾਣ, ਸਾਰੇ ਧਰਮ ਇੱਕ ਹੋ ਜਾਣ, ਭਾਸ਼ਾਵਾਂ ਇੱਕ ਹੋ ਜਾਣ, ਹਰ ਬੰਦਾ ਧਰਮ ਦਾ ਸੋਚਦਾ ਕਿ ਮੈਂ ਹਰ ਪੂਰੇ ਵਰਲਡ ਵਿੱਚ, ਪੂਰੀ यूनिवर्स इस्लाम हो जाए, कोई कह रहा है क्रिश्चियनिटी हो जाए, कोई कहता है हिंदुइज्म हो जाए। तो अजोके समय अगर सुख शांति वाला, पीसफुल वाला माहौल क्रिएट कर रहे हैं तो सानू ये विषय बड़ा जरूरी है समझना। हर मनुख को उसकी पहचान को आजादी देनी पवेगी, स्वीकारना पड़ेगा, सत्कार करना पड़ेगा, फिर उसकी बंदी स्पेस देनी पड़ेगी उसको। तो अज दे किसी सभ्याचार ने, किसी कौम ने, किसी समाज ने अगर विकसना है, अगर तरक्की करनी है तो उस लिए इको राह, और वो है अपनी होंद नूं, अपनी पहचान नूं खुला रखना, उस विच होरां दी पछाण दी गुंजाइश रखनी। इस कंटेस्ट दे विच अगर मैं तुहानूं जिहड़ा मेरा विषय अज मैं जिस बारे असीं चर्चा करनी है, तो इस कंटेस्ट मैं कह सकदा पूर्ण तौर ते अपने अनुभव राहीं
कि गुरु ग्रंथ साहब एक रोल मॉडल है, ये जिहड़ी एक्सेप्ट, रिस्पैक्ट एंड प्रोटेक्ट द आइडेंटिटी ऑफ अदर। हुण गुरु ग्रंथ साहब के अनुसार सारी मनुखता बराबर है, बराबरी कुदरत का मुढ़ला असूल है, एक रब्बी सिद्धांत है। उस वेले बराबरी का सिद्धांत गैर कुदरती हो जाता है जदों अधिकार ते शक्ति दे जोर ते बराबर करने की कोशिश होती है। और साडे इतिहास में जिस तरह हो रहा है, साडा जदों इतिहास पढ़ते हैं, खास करके सिखां दा इतिहास, कि किस तरह इस मुल्क दे विच, किस तरह मुल्क दे विच जिहड़ा है कि धर्म नूं कि सारे मुल्क च इस्लाम करना है, जनेऊ उतारे गए, लोगों की धर्म बदलियां कीतियां गईयां, ये असीं इतिहास रोज पढ़ते हैं। तो बराबरी का मतलब यह होता है कि सब दियां नीड्स और सब दे हक ये बराबर हो। इस बराबरता नूं ही इकसुरता कह सकते हैं। इकसारता ते इकसुरता च फर्क है। असीं अज इकसुरता की गल करनी है। हर व्यक्ति स्वतंत्र होवे, इंडिपेंडेंट होवे, अपनी इच्छा नाल, अपनी आजादी नाल एक दूसरे नाल मेल मिलाप कर लवे, कर सकदा होवे। जबकि इकसारता विच गुलामी है, इकसारता विच औरंगजेबी रूल है, सब इकसार हो जान, कल्चर वाइज, लैंग्वेज वाइज और दिख वाइज। इन्नियां वड्डियां ताकतां ने अज 21वीं सेंचुरी जिहड़ा कारपोरेट वर्ल्ड है, ये विश्व नूं इकसारता वल ले जा रहा है। अपनी कल्चर, अपनी सोच नूं लोकां दे उत्ते थोप देना, ये जो है इनू इकसारता कहते। अपना वर्गा बनाने की कोशिश करना इकसारता है। जबकि इकसुरता विच जिहदी असीं हारमनी की गल करते हैं, इकसुरता उन्हें अपने अलग अलग विचार रखते हुए, अपनी मत, अपनी बुद्धि अनुसार चलते हुए इकट्ठे रहना, ये इकसुरता है। इकसुरता जिहड़ी है ये मनुखता लई खूबसूरत और बड़ा ही खूबसूरत और आदर्शक संकल्प है, एक चंगी सोच है, स्वच्छ सोच है। अलग अलग चित्त दे वर्गा, चित्त दे विचारां दे, अलग अलग सोचन समझन वाले, अलग अलग सुभावां वाले लोकां दी इकसुरता आन नाल जिथे लोग मैच्योर होंदे ने, उत्थे एक आइडियल समाज भी बन जाता है। इकसारता या एक रूपता नाल मनुख दे आजादी दे हक्कां ते चोट है। इकसुरता ते इकसारता नूं बड़ी चंगी तरह समझ लेना। इनू मैं होर सिंपल वे नाल तुहानूं समझाना चाहना, क्योंकि ये सब्जैक्ट बड़ा नवा है और इसनूं बड़ा समझण वाला है कि इकसारता की है कि तुझको तुझसे तोड़ लूं फिर अपने साथ जोड़ लूं, ये इकसारता है। हम हैं, तुम हो, हम है, तुम हो, हुंदे होए भी सोच एक होवे, एक सुरत है। उसनूं कोई दूसरा साडी होंद नूं इकलप्स ना कर सके। हम ते तुम दी आजादी अपनी पछाण कायम कर रखे, प्रेम प्यार नाल विचरण दा एक चंगा समाज, एक आदर्श समाज बना सके, वो एक सुरत है। जिहदा मैं शायद किसी लैक्चर दे विच ये गल कीती सी, उस तो वधिया मिसाल कोई हो ही नहीं सकती एक सुरता दी, कि एक बुत तेरा है, एक बुत मेरा है, आप तोड़ के दोनों नूं मिट्टी च मिला दईए, फिर उस मिट्टी चों दो बुत नवे बना दईए, तेरे बुत च मैं हुआ, मेरे विच तू। ये जिहड़ी है ये एक सुरता है। ये एक सुरता इतनी खूबसूरत है कि जिस दिन मैं ते तुहानूं, मेरा ते तेरे च कोई फर्क ही ना रहे। पीपल ऑफ ऑल फेथ, nation, color, irrespective of all differences, living peacefully in mental mutual trust as a society's social harmony is इकसुरता। ते इकसारता हुंदा मैं सब नूं मेरे वर्गा बना देवा, जो मैं चाहना, जो मैं सोच लिया सारा वही कुछ सोचन, जो मैं खा रहा सारे वही खान, जो मैं पहने सारे वही ड्रेस कोड होवे। तो ये विच बड़ा समझना है कि किसी दे विश्वास नाल, भावें मैं किसी दे एक शब्द नाल, किसी दे विश्वास नाल मैं सहमत नहीं, किसी दे विचार नाल मैं सहमत नहीं, पर उसने जो कहा उसको कहने दा हक। इनू बड़ा चंगी तरह समझना और फिर इनू इमेजिन करना कि साडे आस पास की हो रहा है जी। उसने जो कुछ किया वो कहने दा उसनू हक है, मैं उसदे इस हक लई अपनी जान भी दे देवां। ये एक सुरता दा शिखर है। जिंदा मिसाल गुरु नानक साहब ने जनेऊ नूं डिनाई कर दिता। गुरु नानक साहब ने बड़ी बार एक गल होर थोड़ी मैं क्लीयर कर दिया, क्योंकि जिक्र आ गया मेरे मन में आ गया
ਆਮ ਤੌਰ ਤੇ ਕਈ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਰਿਜੈਕਟਡ ਜਨੇਊ, तो मैं कहना कि गुरु नानक साहब रीडिफाइंड जनेऊ। गुरु नानक साहब ने कहा मैनू जनेऊ वो पाओ जिहदे च दया भी है, संतोख भी है। तो मैं जिहड़ी गल असली जिहड़ी कहना चाहना कि गुरु नानक साहब ने जनेऊ नूं पहनन तो इनकार कर दिता कि मैनू वो जनेऊ पाना है, नहीं पाना। ते नौवें नानक गुरु तेग बहादुर साहब ने उस जनेऊ लई अपनी जान दे दी, शहीदी दे दी। ये कहते ने एक सुरता कि मैं जनेऊ दे हक विच नहीं आ, मैं ये जनेऊ नहीं पाना, लेकिन इस जनेऊ ते दी कोई जबरदस्ती उतारे तो मैं उसके खिलाफ बोलांगा। ते ओ गुरु तेग बहादुर साहब ने शहीदी दे दी। पर अज जदों असी साडे समाज विच देख रहे हैं कोई तुहाडे नाल सहमत नहीं, तुहाडे किसी विचार नाल उहदा विचार नहीं मिलता, तो फिनिश हिम, किल हिम। मिसालां कन्हैया दी मिसाल ले लां या होर सारियां असीं देख रहे हैं कि कोई अपना विचार रखदा है, तुसीं उहदे नाल सहमत नहीं हो, उसदा मर्डर हो रहा है। और ध्यान ये रखना है कि थॉट जिहड़ा विचार है वह कभी मर नहीं सकता, थॉट कदे नहीं फिनिश हो सकता। खास करके जिस दे विचार ते खून पै जाए वो विचार होर वड्डे हो जाते और वो विचार कभी मरदे नहीं। उहदा इंस्टेंसिस देने ते मंसूर दी गल कर लो या होर बड़े इतिहासक, या मैं तुहानूं एक होर इतिहासक छोटा जिहा प्रसंग आंदा है कि एक रूसो जिनेवे दा बड़ा वड्डा फिलोसफर होया और फ्रेंच उसने एक फ्रेंच दे फिलोसफर जिहड़ा वॉल्टेयर है उसनों अपनी किताब लिखी सी। उसने किताब दा नाम सी नाम बराबरी दा मूल विचार वटांदरा, इनइक्वैलिटी दा, जिस विच उसने इनइक्वैलिटी नूं इक्वैलिटी दे तब्दील करने लई, बराबरता लियाण लई उसने हथियारां दी क्रांति करन दी प्रौढ़ता की कि हथियारां नाल हो सकता है। ते ए रूसो ने जो जनेवा दा सी फिलोसफर, इसने वॉल्टेयर जिहड़ा फ्रेंच दा फिलोसफर है उसनों एक किताब भेट कीती कि मैं एक किताब लिखी है। और वॉल्टेयर ने जदों किताब पढ़ी तो उसदा जवाब ये दिता कि मनुख जाति दे खिलाफ तुहाडी किताब मिली, शुक्रिया। और अगे उसने कहा कि मनुखता नाल अज तक इतना बड़ा मजाक किसी ने नहीं किया जितना तू रूसो कीता है। तुसी मुड़ के जानवर बनने की कोशिश जो है वो करवा रहे हो कि मुड़ के इंसान जानवर बन जाए। किताब पढ़ के इंज लगता है कि जिवें असीं फिर जानवर बनन जा रहे हैं। ये जिहड़ा है ये वॉल्टेयर रूसो नूं लिख रहा है और उसने अपनी किताब किसी दोस्त नूं भी कहा कि बांदर दे मुहांदरे वाला रूसो उसने किताब लिखी है। और स्वीडन की सरकार ने यह रूसो की किताब बैन कर दिता, इहनूं साड़न दे हुक्म दे दिते ते उसनूं मारन दियां धमकियां दे दित्तियां। जिवें असीं अजकल भी देख रहे हैं कोई कित्थे कुछ लिख दिंदा उहनूं मारन दियां धमकियां मिल जांदियां। तां फिर तुसीं देखो किताबां साड़ियां गईयां, वॉल्टेयर जिहड़ा रूसो नूं गिरफ्तार करन लई मारन लई बड़ा ज्यादा जिहड़ी है वो स्वीडन ने कह दिता कि जिहड़ा इसनूं मार के लियाएगा उसनूं इनाम तक करन दी गल करती। और जदों वॉल्टेयर नूं पता लग्या तो उसने रूसो नूं एक पत्र लिखिया। ਇਹ ਹੁਣ ਤੁਸੀਂ देखो मैं ਜਿਹੜੀ एक्सेप्ट रिस्पेक्ट ਤੇ प्रोटेक्ट ਦੀ ਗੱਲ करदा, उसने लिखिया कि तेरे लिखे एक एक अखर नाल एक एक शब्द नाल मैं सहमत नहीं। ये वॉल्टेयर रूसो नूं लिख रहा है, पर तू जो कुछ कहा वो कहण दा तैनूं हक है ते मैं तेरे इस हक लई अपनी जान भी वार सकदा। तू चाहे तो मेरे कोल आके रह सकदा। ये जो है ये साडे इतिहास दे विच ये सच्ची घटना है। ये एक्सेप्टेंस दा शिकर है कि उसदी विचारां जी नूं उन्हें पहले एक्सेप्ट किया कि तू विचार तैनूं देण दा हक है, उन्होंने रिस्पेक्ट किया, फिर उन्होंने प्रोटेक्ट करन लई कह दित्ता। किसी दे अपने विचार किसी ते भी अपने विचार थोपने नहीं ने। वायलेंस है ये, मेंटल वायलेंस कहते हैं। किसी जैनिज्म दे विच वो कहते हैं कि किसी लई गलत गलत बोलना ही भी वायलेंस है। तो गुरु नानक दी फिलोसफी दे विच ना तां इंटॉलरेंस है अते ना ही जिहड़ी बाणी है ये प्रेजुडिस है। इसलिए मैं गुरु ग्रंथ साहिब दे नूं बेस लैके ये गल तुहानूं तुहाडे नाल करना चाहना। हुण अजकल एक नवां कंसैप्ट मिल रहा है ट्रॉल। तुहानूं सारिआं नूं पता है अज वर्ल्ड दे विच बड़ी गल है, जे तुसीं किसी नूं पसंद नहीं करदे
ਜਾਂ ਤੁਹਾਨੂੰ ਕਿਸੇ ਦੀ ਵੀ ਗੱਲ ਪਸੰਦ ਨਹੀਂ ਤਾਂ ਉਹਦੇ ਖਿਲਾਫ ਆਨਲਾਈਨ ਕੰਪੇਨ ਚਲਾ ਦਿਓ, ਹੇਟ ਕੰਪੇਨ ਚਲਾ ਦਿਓ। ਅਸੀਂ ਰੋਜ਼ ਦੇਖਦੇ ਹਾਂ, ਇਸ ਮੁਲਕ ਵਿੱਚ ਰੋਜ਼ ਦੇਖ ਰਹੇ ਹਾਂ। ਤੇ ਇੱਕ ਇਸ ਤਰ੍ਹਾਂ ਦੀ ਇੱਕ ਨਵੀਂ ਆ ਰਹੀ ਹੈ ਪੋਸਟ ਟਰੁਥ, ਕਿ ਕਿਸੇ ਵੀ ਚੀਜ਼ ਨੂੰ ਓਬਜੈਕਟਿਵਲੀ ਨਹੀਂ ਦੇਖਣਾ, ਜਿਵੇਂ ਕਿਸੇ ਨੂੰ ਕਹਿ ਦਿੱਤਾ ਉਸੇ ਨੂੰ ਸੱਚ ਮੰਨ ਲੈਣਾ, ਝੂਠ ਦਾ ਪਸਾਰਾ ਕਰ ਲੈਣਾ। ਚਰਚਲ ਨੇ ਇੱਕ ਵਾਰ ਕਿਹਾ ਸੀ ਕਿ ਜਦੋਂ ਸੱਚ ਬਾਹਰ ਆ ਰਿਹਾ ਹੁੰਦਾ ਤੇ ਸੱਚ ਬਾਹਰ ਜੇ ਆਇਆ ਵੀ ਨਹੀਂ ਹੁੰਦਾ ਤੇ ਝੂਠ ਸਾਰੇ ਸੰਸਾਰ ਦਾ ਚੱਕਰ ਲਗਾ ਚੁੱਕਿਆ ਹੁੰਦਾ। ਤਾਂ ਉਹ ਇਹ ਕਹਿ ਰਹੇ ਨੇ ਕਿ ਜਿਹੜੀ ਪੋਸਟ ਟਰੁਥ ਹੈ ਕਿ ਕਿਸੇ ਬਾਰੇ ਝੂਠ ਕਹਿ ਦੇਣਾ ਔਰ ਉਸ ਨੂੰ ਇੰਨਾ ਫੈਲਾ ਦੇਣਾ ਕਿ ਉਹ ਸੱਚ ਬਣ ਜਾਵੇ, ਇਮੋਸ਼ਨਸ ਵਿੱਚ ਆ ਕੇ ਝੂਠ ਨੂੰ ਸੱਚ ਮੰਨ ਲੈਣਾ, ਔਰ ਫਿਰ ਨਿੱਜੀ ਪਸੰਦ ਨਾ ਪਸੰਦ ਤੇ ਕਿਸੇ ਬਾਰੇ ਵੀ ਕੋਈ ਡਿਸੀਜਨ ਲੈ ਲੈਣਾ, ਆਪਣੀ ਰਾਏ ਦੇ ਦੇਣੀ। ਸਹੂਲਤਾਂ ਮੁਤਾਬਕ ਨਾਪਸੰਦ ਲੋਕਾਂ ਨੂੰ ਸੁਸਾਇਟੀ ਚੋਂ ਐਕਸਕਲੂਡ ਕਰ ਦਿੱਤਾ ਜਾ ਰਿਹਾ, ਇਨਟੋਲਰੈਂਸ ਦਾ ਇਹ ਪ੍ਰਤੀਕ ਹੈ। ਤੇ ਗੁਰੂ ਨਾਨਕ ਸਾਹਿਬ, ਆਪਾਂ ਹੁਣ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਮੈਂ ਜਿਹੜਾ ਇੰਸਟੈਂਸ ਦੇ ਰਿਹਾ, ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਡਾਇਵਰਸਿਟੀ, ਪਲੂਰਿਜ਼ਮ ਤੇ ਇਨਕਲੂਜਨ ਦੀ ਗੱਲ ਕੀਤੀ ਹੈ। ਰੋਜ਼ ਪੜ੍ਹਦੇ ਹਾਂ, ਪਰ ਮੈਂ ਜਿਹੜਾ ਥਾਟ ਦੱਸ ਰਿਹਾ ਕਿ ਜਦੋਂ ਅਸੰਖ ਦੀਆਂ ਪੌੜੀਆਂ ਆਉਂਦੀਆਂ ਨੇ, ਇਹਨੂੰ ਧਿਆਨ ਨਾਲ ਪੜ੍ਹੀਏ। ਤੇ ਉਹ ਪਹਿਲੇ ਹੈਗਾ ਕਿ ਅਸੰਖ ਪੂਜਾ, ਅਸੰਖ ਤਪ ਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ। ਮੈਂ ਵਿੱਚੋਂ ਛੱਡ ਕੇ ਗੱਲ ਕਰ ਰਿਹਾ ਜਿਹਨੂੰ ਮੈਂ ਹਾਈਲਾਈਟ ਕਰਨਾ ਚਾਹੁੰਦਾ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਹਾਂਜੀ, ਇਹ ਹੁਣ ਨਾਲ ਹੀ ਫਿਰ ਕੀ ਕਹਿ ਰਹੇ ਨੇ? ਪਹਿਲੇ ਤਾਂ ਗੱਲ ਕਰ ਰਹੇ ਨੇ ਕਿ ਪੂਜਾਵਾਂ ਹੋ ਰਹੀਆਂ ਨੇ, ਤਪਤਾਓ ਨਾਮ ਲਏ ਜਾ ਰਹੇ ਨੇ, ਕਿੰਨੇ ਗ੍ਰੰਥ ਨੇ, ਕਿੰਨੇ ਵੇਦ ਨੇ, ਕਿੰਨੇ ਭਗਤ ਨੇ ਜਿਹੜੇ ਗੁਣ ਵਿਚਾਰ ਕਰ ਰਹੇ ਨੇ। ਫਿਰ ਅੱਗੇ ਕਹਿ ਰਹੇ ਨੇ ਕਿ ਅਸੰਖ ਸਤੀ ਅਸੰਖ ਦਾਤਾਰ ਕਹਿ ਕੇ ਫਿਰ ਕਹਿ ਰਹੇ ਨੇ ਅਸੰਖ ਮੂਰਖ ਅੰਧਗੋਰ, ਅਸੰਖ ਚੋਰ ਹਰਾਮਖੋਰ, ਅਸੰਖ ਗਲਵੜ ਹੱਥਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਏ। ਅਸੰਖ ਨਿੰਦਕ ਨੇ, ਕਹਿ ਰਹੇ ਨੇ ਗੁਰੂ ਨਾਨਕ ਸਾਹਿਬ, ਅਸੰਖ ਨਿੰਦਕ ਸਿਰ ਕਰਿਆ ਭਾਰ। ਕਿਸੇ ਵੀ ਧਰਮ ਗ੍ਰੰਥ ਨੂੰ ਨਕਾਰ ਨਹੀਂ ਰਹੇ, ਬਲਕਿ ਅਲੱਗ-ਅਲੱਗ ਫਿਤਰਤ ਦੇ ਲੋਕਾਂ ਨੂੰ, ਚੰਗੇ ਵੀ ਨੇ, ਚੋਰ ਵੀ ਨੇ, ਹਰਾਮਖੋਰ ਵੀ ਨੇ, ਪਾਪੀ ਵੀ ਨੇ, ਨਿੰਦਕ ਵੀ ਨੇ, ਮਰਡਰਰ ਵੀ ਨੇ, ਚਾਹੇ ਉਹ ਮੂਰਖ ਨੇ, ਚੋਰ ਨੇ, ਹਰਾਮਖੋਰ ਨੇ, ਪਾਪੀ ਹੋਣ, ਚਾਹੇ ਉਹ ਕੂੜੇ ਹੋਣ, ਨਿੰਦਕ ਹੋਣ। ਧਿਆਨ ਰੱਖਣਾ, ਉਹਨਾਂ ਨੂੰ ਬਾਈਕਾਟ ਕਰਨ ਲਈ ਨਹੀਂ ਕਹਿ ਰਹੇ, ਉਹਨਾਂ ਨੂੰ ਸੁਸਾਇਟੀ ਚੋਂ ਐਕਸਕਲੂਡ ਕਰਨ ਲਈ ਨਹੀਂ ਕਹਿ ਰਹੇ, ਉਹਨਾਂ ਨੂੰ ਰਿਜੈਕਟ ਨਹੀਂ ਕਰ ਰਹੇ, ਬਲਕਿ ਉਹਨਾਂ ਦੀ ਹੋਂਦ ਨੂੰ ਐਕਨੋਲੇਜ ਕਰ ਰਹੇ ਨੇ। ਇਸ ਨੂੰ ਬੜੀ ਹੀ ਪੋਜ਼ਿਟਿਵ ਵੇ ਨਾਲ ਤੁਸੀਂ ਇਸ ਨੂੰ ਕਦੀ ਦੁਬਾਰਾ ਜਦੋਂ ਵੀ ਪੜੋ, ਇਸ ਨੂੰ ਸੋਚਣਾ। ਉਹਨਾਂ ਦੀ ਇੱਕ ਆਇਡੈਂਟੀਟੀ ਨੂੰ, ਇੱਕ ਬੰਦੇ ਦੀ, ਚਾਹੇ ਉਹ ਚੋਰ ਹੈ, ਹਰਾਮਖੋਰ ਹੈ, ਨਿੰਦਕ ਹੈ, ਤਪੀ ਹੈ, ਜੱਪੀ ਹੈ, ਉਹਨਾਂ ਨੂੰ ਰਿਜੈਕਟ ਨਹੀਂ ਕਰ ਰਹੇ, ਕਿਸੇ ਨੂੰ ਵੀ ਮਾੜੇ ਬੰਦੇ ਨੂੰ। ਉਹਨਾਂ ਦੀ ਹੋਂਦ ਨੂੰ ਐਕਨੋਲੇਜ ਕਰ ਰਹੇ ਨੇ ਤਾਂ ਕਿ ਰਿਫਾਰਮ ਲਿਆਇਆ ਜਾ ਸਕੇ, ਤਾਂ ਕਿ ਟਰਾਂਸਫੋਰਮੇਸ਼ਨ ਹੋ ਸਕੇ। ਗੁਰੂ ਸਾਹਿਬ ਦਾ ਸੋਸ਼ਲ ਰਿਫਾਰਮ, ਰਿਲੀਜੀਅਸ ਰਿਫਾਰਮ ਜਿਹੜਾ ਉਹ ਐਕਸੈਪਟੈਂਸ ਦੇ ਬੇਸ ਤੇ ਹੈ। ਇੱਕ ਗੱਲ ਨੂੰ ਧਿਆਨ ਨਾਲ ਦੇਖਣਾ, ਟੋਲਰੈਂਸ ਦੀ ਬੇਸ ਤੇ ਹੈ। ਇਸ ਤਰ੍ਹਾਂ ਗੁਰੂ ਜੀ ਇਹ ਕਹਿ ਰਹੇ ਨੇ ਕਿ ਸਾਰਿਆਂ ਦੀ ਹੋਂਦ ਨੂੰ ਸਵੀਕਾਰ ਕਰੋ, ਸਾਰਿਆਂ ਦੀ ਹੋਂਦ ਨੂੰ ਸਵੀਕਾਰ ਕਰੋ। ਹੁਣ ਅਸੰਖ ਵਾਲੀਆਂ ਪੌੜੀਆਂ ਦੇ ਵਿੱਚ ਧਿਆਨ ਦੇਣਾ, ਗੁਰੂ ਸਾਹਿਬ ਉਹਨਾਂ ਦਾ ਭਲਾ ਕਰਨ ਲਈ ਕਹਿ ਰਹੇ ਨੇ, ਉਹਨਾਂ ਨੂੰ ਐਕਸੈਪਟ ਕਰਨ ਲਈ ਕਹਿ ਰਹੇ ਨੇ ਜਿਹੜੇ ਸਾਨੂੰ ਗਿਰਨਾ ਕਰਦੇ ਨੇ। ਦੇਖੋ, ਉਹਨਾਂ ਨੂੰ ਪਿਆਰ ਕਰਨਾ, ਪ੍ਰੇਮ ਕਰਨਾ ਕੋਈ ਖਾਸ ਗੱਲ ਨਹੀਂ ਹੁੰਦੀ। ਜੋ ਤੁਹਾਨੂੰ ਪਿਆਰ ਕਰਦੇ ਨੇ, ਜੋ ਤੁਹਾਨੂੰ ਰਿਸਪੈਕਟ ਕਰਦੇ ਨੇ, ਉਹਨਾਂ ਦੀ ਰਿਸਪੈਕਟ ਤੁਸੀਂ ਉਹਨਾਂ ਨੂੰ ਮੁੜ ਵੀ ਰਿਸਪੈਕਟ ਦਿੰਦੇ ਹੋ, ਕੋਈ ਖਾਸ ਗੱਲ ਨਹੀਂ। ਉਹ ਸਮਝਾ ਰਹੇ ਨੇ ਤੁਹਾਨੂੰ ਕਿ ਆਪਣੇ ਅਤੇ ਸਮਾਜ ਦੇ ਦੁਸ਼ਮਣਾਂ ਨੂੰ ਇਸ ਆਸ ਨਾਲ ਪ੍ਰੇਮ ਕਰੋ ਕਿ ਉਹਨਾਂ ਦੇ ਅੰਦਰ ਮਨੁੱਖਤਾ ਲਈ, ਮਾਨਵਤਾ ਲਈ ਭਾਵ ਜਿਹੜਾ ਪਿਆਰ ਮੁੜ ਆਵੇ, ਪ੍ਰੇਮ ਮੁੜ ਆਵੇ, ਉਹਨਾਂ ਦੀ ਕੁਦਰਤੀ ਸਮਰੱਥਾ ਮੁੜ ਜਾਗ ਪਵੇ। ਇਹ ਹੈ ਗੁਰੂ ਨਾਨਕ ਦੀ ਐਕਸੈਪਟੈਂਸ ਵਾਲੀ ਗੱਲ। ਦੇਖੋ, ਛੂਆ-ਛਾਤ ਦੀ ਗੱਲ ਇਸ ਦੇਸ਼ ਵਿੱਚ ਬੜੀ ਹੋਈ, ਉਹ ਪੰਗਤ ਤੇ ਸੰਗਤ ਰਾਹੀਂ ਗੁਰੂ ਸਾਹਿਬ ਨੇ ਉਹਨੂੰ ਜੋ ਹੈ ਆਪਣਾ ਇੱਕ ਅਲੱਗ ਜਿਹੜੀ ਹੈ ਇੱਕ ਕਨਸੈਪਟ ਦਿੱਤਾ। ਇੱਕ ਹੁੰਦੀ ਜਿਸਮਾਨੀ ਛੂਆ-ਛਾਤ। ਅਸੀਂ ਸੰਗਤ ਪੰਗਤ ਦੇ ਵਿਸ਼ੇ ਵਿੱਚ ਗੱਲ ਜਿਹੜੀ ਇਹ ਕਰ ਸਕਦੇ ਹਾਂ, ਉਹ ਹੈ ਜਿਹੜੀ ਜਿਸਮਾਨੀ ਛੂਆ-ਛਾਤ ਹੈ। ਲੇਕਿਨ ਇੱਕ ਹੈ ਜਿਹੜੀ ਹੈ ਫਿਜ਼ੀਕਲੀ ਅਨਟੱਚੇਬਿਲਿਟੀ ਹੈ, ਇੱਕ ਹੈ ਆਈਡੀਓਲੋਜੀਕਲ ਅਨਟੱਚੇਬਿਲਿਟੀ। ਇਹ ਦੋਨੋਂ ਅਨਟੱਚੇਬਿਲਿਟੀਆਂ ਨੂੰ ਸੰਬੋਧਨ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਗ੍ਰੰਥ ਸਾਹਿਬ ਵਿਚਾਰਾਂ ਦੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨੇ, ਉਹ ਵਿਚਾਰਾਂ ਦੀ ਅਨਟੱਚੇਬਿਲਿਟੀ ਨੂੰ ਨਕਾਰਦੇ ਨੇ। ਗੁਰੂ ਸਾਹਿਬ ਨੇ ਜਿਹੜੀਆਂ ਅਸੰਖ ਦੀ
कितना खूबसूरती नाल स्पष्ट किया। मैं बड़ी बार इस लिए कहना जी बाणी है उन्होंने बिहाइंड द लाइन्स छोड़ सानू कला आनी चाहिए उन्होंने समझण दी। ये एक सुरता हर एक की पछाण ते होंद विच छुपी हुई है। एक सुरता वखरेविਆਂ प्रति सत्कार ते सत्कार है। सानू सब नू अपने दिलों दे विच जिहड़ा है ना उन्होंने सहृदय नाल सानू सब नू स्वीकार करना पेगा है ना। सभे संजे सांझी वाल सदायन तू किसे ना दिसे बाहरा जी। क्या खूबसूरत है कि तू किसे नू ही ए ना सोचो किसे विच रब नहीं है। सभे सांझी वाल सब सांझी वाल ये आदेश है गुरु ग्रंथ साहब का। सब दी पछाण ते होंद नू जो जिहा भी है स्वीकार करके सत्कार करके फिर उन्होंने प्रोटेक्ट करो ताकि उहदे ट्रांसफॉर्मेशन आ सके ताकि फिर उस समाज का हिस्सा बन सके। इस तरह गुरु नानक साहब जी ने सज्जन ठग नू स्वीकार करके ही सज्जन भगत बना दिता, सज्जन बना दिता। हजारां सज्जन ठगां नू हजारां जिहड़े ने मलिक भागावां नू जिहड़े भागो सी उन्हां नू अपने राह चलाया। ये सानू अपनी वे ऑफ लाइफ इस तरह बनानी पेगी। ऐसी अंडरस्टैंडिंग क्रिएट करनी पेगी जो मैनीनेस विच वननेस देख सके। ये बड़ी समझण वाली है। जो मैं कहना ना ही रियली लिव्स इन हुज लिविंग काउंटलेस पीपल लिव। वही सही मायने विच जिंदगी जींदा है जो अनगिनत लोकां विच विचरदा है, जो वनसवंता विच एकता देखदा है। और सानू जो गुरु ग्रंथ साहब असीं पढ़दे हां तो इस तो होर मैं तो एक मिसाल देवां, बड़ी बड़ी खूबसूरत मिसाल है कि वेयर देयर इज अ सेंस ऑफ वननेस देयर इज लव एंड व्हेन देयर इज लव देयर इज अ डिजायर टू सर्व। जिथे प्यार आ जाएगा फिर उत्थे दिल करेगा कि मैं उहदे लई कुछ करा। फॉर इंस्टेंस देखो ये गल भी बड़ी समझण वाली है। साडी पूरी बॉडी जिहड़ी है मैनीनेस है। इंस्टेंस है कि अगर मेरी उंगली मेरी अख नू बाई चांस हर्ट कर देवे, जख्मी कर देवे, तो की मैं ये हाथ अपने तो अलग कर देंगा वैर ते क्रोध दे नाल मैं विच आके? हैं जी, मैं अपनी उंगली सकदा? उंगली तो अखां विच आए हंजू पुंजन लई भी उंगली बनी सी। या गलती नाल जीभ दे थल्ले दंद आ जावे तो की मैं दंद नू सजा देंगा? ये उंगली भी मेरी है, ये हाथ भी मेरा है, ये दंद भी मेरे, ये पार्ट ऑफ मी है, ये वननेस है। इसे तरह अगर ये वननेस की समझ सानू दुनिया के अलग अलग लोकां नाल हो जाए कि मैनू किसी ने हर्ट किया है तो मैं देखा उहदे च भी रब है, उन्होंने एक्सैप्ट करके मैं उसनू रिफॉर्म लिया सका। तो गुरु नानक देव जी ने एक ओंकार का कंसैप्ट सानू जिहड़ा दिता, स्नेहा जिहड़ा दिता, वो इसी वननेस। अज लोड़वंदां दी या जरूरतमंदां दी सेवा इसलिए नहीं हो रही कि वननेस दी भावनावां नहीं आ सकतियां साडे, असीं दूसरे लिए कुछ कर नहीं पा रहे। जे साडे च वननेस दी सेंस आ जाए तो असीं अपने आप अंदरों ही आएगा कि असीं दूसरे दी मदद करें। गुरु नानक साहब दा जिहड़ा विजन है पूरी मनुखता तक सानू पहुंचाना चाहिए सी। पर तुसीं सुनी होनी है गल कि बैटर्ड रसल बड़ा वड्डा एक फिलोसफर होया है। फिलोसफी दी जितनियां किताबां पूरे वर्ल्ड पढ़ाइयां जांदियां वो बैटर्ड रसल दियां ने। तो उसने ये गल लिखी सी किथे कि अगर तीजा वर्ल्ड वार हो जाए और बर्बाद हो जाए दुनिया और कुछ लोग बच जान अलग अलग खित्तियां, उन्होंने कोई रोशनी दिखा पाएगा तो गुरु ग्रंथ साहब, क्योंकि उहदे पूरी मनुखता की गल है। तो किसी ने पूछा कि तुसी इतनी जिहड़ी है बर्बादी करके कह रहे हो गुरु ग्रंथ साहब एट प्रेजेंट क्यों नहीं दिखा सकता गुरु ग्रंथ साहब रोशनी? वो कहते दिखा सकता, लेकिन उसके कस्टोडियन सिख इस गुनाह तो कदी माफ नहीं हो सकते कि उन्होंने गुरु ग्रंथ साहब की आइडियोलॉजी, गुरु ग्रंथ साहब का मैसेज, गुरु ग्रंथ साहब का जिहड़ा क्रक्स है वो दुनिया विच फैलाने विच नाकाम। और सच जानना, मैं ये आर्टिकल अज तो 15 साल पढ़िया जिहदे बैटर्ड रसल ने गल कही सी। सिख रिव्यू दे आर्टिकल आया सी ते ये जिहड़ा सी गुरमत कॉलेज कोर्स चलाया सी गुरु ग्रंथ साहब स्टडी कोर्स, ये असीं वो पढ़ के असीं उत्थों शुरू किया। हुण समझना भी है कि दूसरे दे काम आना, दूजियां दे प्रति प्यार प्रगटाना, उसकी होंद नूं एक्सैप्ट करना, किसी दी समस्या नूं ध्यान नाल सुन लेना भी जिहड़ा है वो काफी है, दूजियां दी मदद करना है। अते उन्हां दीयां समस्यावां नूं सुलझांदियां
ਤੁਹਾਡੀਆਂ ਆਪਣੀਆਂ ਪ੍ਰੋਬਲਮ ਦੀ ਸੁਲਝ ਜਾਂਦੀ ਹੈ। ਪਰ ਅਸੀਂ ਤਾਂ ਕਿਸੇ ਦੀ ਪ੍ਰੋਬਲਮ ਸੁਣ ਕੇ ਵੀ ਜਿਹੜੀ ਹੈ ਉਹ ਰਾਜੀ ਨਹੀਂ ਹੈ। ਦੇਖੋ, ਸਮਾਜਿਕ ਮੇਲ ਜੋਲ ਨਾਲ ਅਸੀਂ ਉਹਨਾਂ ਘਰਾਂ ਦੀ ਗਿਣਤੀ ਵਧਾਉਂਦੇ ਹਾਂ ਜਿੱਥੇ ਅਸੀਂ ਜਾ ਸਕਦੇ ਹਾਂ ਜਾਂ ਜੋ ਉਹ ਸਾਡੇ ਘਰ ਆ ਸਕਦੇ। ਇਸ ਨਾਲ ਜਿਹੜੀ ਵੰਨ ਸੁਵੰਨਤਾ ਦਾ ਵਾਤਾਵਰਨ ਜਿਹੜਾ ਹੈ ਉਹ ਪੈਦਾ ਹੋਏਗਾ। ਸਾਡੇ ਕੋਲ ਕੁਛ ਨਾ ਕੁਛ ਦੇਣ ਲਈ ਸਭ ਲਈ ਹੁੰਦਾ ਹੈ। ਇਹਦੇ ਲਈ ਵੀ ਮੈਂ ਥੋੜਾ ਜਿਹਾ ਦੱਸਾਂ ਕਿ ਇੱਕ ਬਾਦਸ਼ਾਹ ਨੇ ਬੁਨਿਆਦੀ ਕਰਵਾਤੀ ਕਿ ਹਰ ਲੋੜਵੰਦ ਦੀ ਮੈਂ ਮੰਗ ਪੂਰੀ ਕਰਾਂਗਾ। ਉਹਨੇ ਖਜ਼ਾਨੇ ਖੋਲ ਦਿੱਤੇ। ਅਗਲੇ ਦਿਨ ਮਹਿਲ ਦੇ ਸਾਹਮਣੇ ਬੜੀਆਂ ਭੀੜਾਂ ਲੱਗ ਗਈਆਂ, ਲਾਈਨਾਂ ਲੱਗ ਗਈਆਂ, ਤੇ ਇੱਕ ਫਕੀਰ ਲਾਈਨ ਵਿੱਚ ਖਲੋ ਗਿਆ। ਜਦੋਂ ਉਹਦੀ ਵਾਰੀ ਆਏ ਤੇ ਉਹ ਆਪਣੇ ਪਿਛਲੇ ਨੂੰ ਆਪਣੀ ਵਾਰੀ ਦੇ ਦੇਵੇ, ਬਾਹਰ ਆ ਜਾਵੇ, ਫਿਰ ਪਿੱਛੇ ਲਾਈਨ 'ਚ ਲੱਗ ਜਾਏ। ਸਾਰਾ ਦਿਨ ਉਹ ਸੈਂਕੜੋਂ ਵਾਰ ਲਾਈਨ 'ਚ ਲੱਗੇ, ਫਿਰ ਆਪਣੀ ਜਦੋਂ ਵਾਰੀ ਆਏ ਤੇ ਉਹ ਦੂਸਰੇ ਨੂੰ ਦੇ ਦੇਵੇ। ਤੇ ਰਾਜਾ ਬੜਾ, ਉਹਦੀ ਤਾਰੀਫ ਸ਼ੁਰੂ ਹੋ ਗਈ ਹੋਣੀ, ਤੇ ਰਾਜਾ ਬੜਾ ਹੈਰਾਨ ਹੋ ਗਿਆ ਵੀ ਵੰਡ ਮੈਂ ਰਿਹਾ, ਸਮਾਨ ਸਾਰਾ ਦੇ ਰਿਹਾ, ਤਾਰੀਫ ਫਕੀਰ ਦੀ ਹੋ ਰਹੀ ਹੈ। ਤੇ ਉਹਨੇ ਫਕੀਰ ਨੂੰ ਕਿਹਾ, ਫਕੀਰ ਕਹਿੰਦਾ ਤੇਰੇ ਕੋਲ ਦੇਣ ਨੂੰ ਜੋ ਹੈ ਤੂੰ ਦੇ ਰਿਹਾ, ਮੇਰੇ ਕੋਲ ਵਾਰੀ ਦੇਣ ਨੂੰ ਮੈਂ ਵਾਰੀ ਦੇ। ਇਸ ਗੱਲ ਨੂੰ ਸਮਝੇ ਕਿ ਸਾਡੇ ਕੋਲ ਸਭ ਕੋਲ ਕੁਛ ਨਾ ਕੁਛ ਜ਼ਰੂਰ ਦੂਸਰੇ ਲਈ ਹੁੰਦਾ ਹੈ। ਮੇਰੀ ਵਾਰੀ ਨਹੀਂ ਹੈ ਸੋ ਮੈਂ ਆਪਣੀ ਵਾਰੀ, ਮੇਰੇ ਕੋਲ ਹੋਰ ਵਾਰੀ ਤੋਂ ਸਵਾ ਨਹੀਂ ਹੈ, ਇਸ ਲਈ ਮੈਂ ਵਾਰੀ ਦੇ ਰਿਹਾ। ਮੈਸੇਜ ਸਮਝੀਏ। ਆਲੇ ਦੁਆਲੇ ਅਸੀਂ ਆਪਣੇ ਆਸੇ ਪਾਸੇ ਝਾਤ ਮਾਰੀਏ, ਦੇਖੀਏ ਬੜੇ ਲੋੜਵੰਦ ਲੋਕ ਵਿਖਾਈ ਸਾਨੂੰ ਦੇਣਗੇ। ਆਪਣੇ ਘਰ ਦੇ ਅੰਦਰ ਝਾਤ ਮਾਰ ਕੇ ਦੇਖੀਏ, ਬੜਾ ਕੁਛ ਆਪਣੇ ਅਤੇ ਪਰਾਇਆਂ ਨੂੰ, ਦੂਜਿਆਂ ਨੂੰ ਦੇਣ ਲਈ ਸਾਡੇ ਕੋਲ ਹੈ, ਜਿਹੜਾ ਅਸੀਂ ਉਹਨੂੰ ਇਗਨੋਰ ਕਰ ਰਹੇ ਹਾਂ, ਜਿਹੜਾ ਅਸੀਂ ਸਮਝ ਲੈਂਦੇ ਹਾਂ। ਜੀਵਨ ਵਿੱਚ ਜੋ ਖੁਸ਼ੀ ਦੂਸਰੇ ਨੂੰ ਕੁਝ ਦੇਣ ਵਿੱਚ ਹੈ, ਸ਼ਾਇਦ ਉਹ ਲੈਣ ਵਿੱਚ ਨਹੀਂ ਹੈ। ਗੁਰੂ ਗ੍ਰੰਥ ਸਾਹਿਬ, ਮੈਂ ਆਮ ਕਹਿਣਾ, ਗੁਰੂ ਗ੍ਰੰਥ ਸਾਹਿਬ ਬਿਲੋਂਗਸ ਟੂ ਹੋਲ ਯੂਨੀਵਰਸ, ਪੂਰੀ ਮਨੁੱਖਤਾ ਨਾਲ ਬਿਲੋਂਗ ਕਰਦਾ ਹੈ। ਦੇਖੋ, ਸਮੁੱਚੀ ਮਨੁੱਖ ਜਾਤੀ ਨੂੰ ਏਕਤਾ ਦੀ ਰਾਹ ਦਿਖਾਉਣ ਵਾਲਾ ਇਹ ਜਿਹੜਾ ਸਕ੍ਰਿਪਚਰ ਹੈ, ਗੁਰੂ ਗ੍ਰੰਥ ਸਾਹਿਬ ਹੈ, ਇਹਦੀਆਂ ਮਿਸਾਲਾਂ ਸੁਣ ਲਓ। ਬਿਨ ਬਿਨ ਜਾਤਾਂ, ਬਿਨ ਬਿਨ ਵਰਨਾ, ਬਿਨ ਬਿਨ ਵਰਗਾਂ ਨਾਲ ਸੰਬੰਧਿਤ ਭਗਤਾਂ ਦੀ ਬਾਣੀ ਨੂੰ ਪਹਿਲੇ ਐਕਸੈਪਟ ਕੀਤਾ, ਉਹਨੂੰ ਰਿਸਪੈਕਟ ਕੀਤਾ, ਔਰ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਪਾ ਕੇ ਪ੍ਰੋਟੈਕਟ ਕਰ ਦਿੱਤਾ। ਇਸ ਨੂੰ ਗੱਲ ਨੂੰ ਸਮਝੋ। ਕਿੰਨੀਆਂ ਭਾਸ਼ਾਵਾਂ ਨੇ, ਸਾਰੀਆਂ ਭਾਸ਼ਾਵਾਂ, ਕਿਤਨੀਆਂ ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਉਹ ਭਾਸ਼ਾਵਾਂ ਨੂੰ ਐਕਸੈਪਟ ਕਰਕੇ, ਰਿਸਪੈਕਟ ਦੇ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾ, ਉਹਨਾਂ ਨੂੰ ਪ੍ਰੋਟੈਕਟ ਕਰ। ਬੜੀ ਖੂਬਸੂਰਤ ਮਿਸਾਲ ਕਿ ਨਾਮਦੇਵ, ਭਗਤ ਨਾਮਦੇਵ ਪਰਮਾਤਮਾ ਨੂੰ ਮਿਹਣਾ ਮਾਰ ਰਿਹਾ ਕਿ ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਦਮ ਰਾਇਆ। ਰੋ ਰਿਹਾ ਕਿ ਮੇਰੀ ਛੋਟੀ ਜਾਤ ਹੈ, ਇਸ ਲਈ ਮੈਨੂੰ ਮੰਦਰ ਤੋਂ ਉਠਾ ਕੇ ਧੱਕੇ ਮਾਰ ਕੇ ਬਾਹਰ ਕਰ ਦਿੱਤਾ। ਔਰ ਜਿਸ ਨਾਮਦੇਵ ਨੂੰ ਮੰਦਰ ਵਿੱਚ ਧੱਕੇ ਮਾਰ ਕੇ ਬਾਹਰ ਕੱਢਿਆ ਗਿਆ, ਉਸ ਨਾਮਦੇਵ ਦੀ ਬਾਣੀ ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਕਸੈਪਟ ਕਰਕੇ ਰਿਸਪੈਕਟ ਦੇ ਦਿੱਤੀ, ਔਰ ਨਾਮਦੇਵ ਨੂੰ ਸਦਾ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਬਿਠਾ ਕੇ ਪ੍ਰੋਟੈਕਟ ਕਰ ਦਿੱਤਾ। ਇਸ ਤੋਂ ਵਧੀਆ ਮਿਸਾਲ ਕੀ ਹੋਈ? ਇਹ ਗੁਰੂ ਸਾਹਿਬ ਨੇ ਨਾਮਦੇਵ ਦੇ ਵਿਚਾਰਾਂ ਨੂੰ ਥਾਂ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮਦੇਵ ਦੀ ਹੋਂਦ ਨੂੰ, ਪਛਾਣ ਨੂੰ ਐਕਸੈਪਟ ਕਰਕੇ ਰਿਸਪੈਕਟ ਦਿੱਤੀ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰਮੰਦਰ ਸਾਹਿਬ ਦਾ ਜਦੋਂ ਪ੍ਰਕਾਸ਼ ਕਰਕੇ ਉਹਨੂੰ ਪ੍ਰੋਟੈਕਟ ਕਰ ਦਿੱਤਾ। ਹਜ਼ਾਰਾਂ, ਲੱਖਾਂ, ਕਰੋੜਾਂ ਲੋਕ ਸਿਰ ਜਿਹੜੇ ਨੇ ਉਹ ਨਾਮਦੇਵ ਨੂੰ ਵੀ ਚੁੱਕਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਚੁੱਕਦੇ ਨੇ। ਤੇ ਅਲੱਗ-ਅਲੱਗ ਜਾਤਾਂ ਨਾਲ ਸੰਬੰਧਿਤ ਵੱਖ-ਵੱਖ ਖਿੱਤਿਆਂ ਦੇ ਭਗਤਾਂ ਦੀਆਂ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਐਕਸੈਪਟ, ਰਿਸਪੈਕਟ ਤੇ ਪ੍ਰੋਟੈਕਟ ਦਾ ਬੜਾ ਇੱਕ ਖੂਬਸੂਰਤ ਇਕਸਾਰਤਾ ਦੀ ਮਿਸਾਲ ਜਿਹੜੀ ਹੈ ਉਹ ਦੱਸ ਦਿੱਤੀ ਹੈ। ਚਾਹੇ ਉਹ ਭਾਸ਼ਾਵਾਂ ਨੇ, ਕਿੰਨੀਆਂ ਭਾਸ਼ਾਵਾਂ, ਚਾਹੇ ਉਹ ਫਾਰਸੀ ਹੈ, ਅਰਬੀ ਹੈ, ਬ੍ਰਿਜ ਭਾਸ਼ਾ ਹੈ, ਹਿੰਦੀ, ਸੰਸਕ੍ਰਿਤ, ਮਰਾਠੀ, ਗੁਰਮੁਖੀ, ਇਹਨਾਂ ਨਾਲ ਸੰਬੰਧਿਤ ਛੋਟੀਆਂ-ਛੋਟੀਆਂ ਹੋਰ ਜਿੰਨੀਆਂ ਲੈਂਗੁਏਜਸ ਨੇ, ਸਾਰੀਆਂ ਦੀਆਂ ਸਾਰੀਆਂ ਰਹਿੰਦੇ ਸੂਰਜ ਤੱਕ ਐਕਸੈਪਟ, ਰਿਸਪੈਕਟ ਤੇ ਪ੍ਰੋਟੈਕਟ ਕਰ ਦਿੱਤੀ। ਇਹ ਉਹਨਾਂ ਦੀ ਜਿਹੜੀ ਹੋਂਦ ਹੈ ਉਹ ਸੁਰੱਖਿਅਤ ਕਰ ਦਿੱਤੀ। ਇਸੇ ਤਰ੍ਹਾਂ ਅਗਰ ਹਰਮੰਦਰ ਸਾਹਿਬ ਦਾ ਆਰਕੀਟੈਕਚਰ ਦੇਖ ਲਓ, ਉਹ ਆਰਕੀਟੈਕਚਰ ਦੇ ਵਿੱਚ ਐਕਸੈਪਟ, ਰਿਸਪੈਕਟ ਤੇ ਪ੍ਰੋਟੈਕਟ ਦੀ ਗੱਲ ਹੈ। ਹਰ ਜਾਤ ਦਾ ਬੰਦਾ ਜਾ ਸਕਦਾ, 4 ਦਰਵਾਜ਼ੇ ਨੇ, ਹਾਂਜੀ। तो मैं ये कहना चाहना कि गुरु ग्रंथ साहब दे विच एक्सेप्ट, रिस्पेक्ट, प्रोटेक्ट एक जिद्दा मिसाल है। बियॉन्ड बाउंड्रीज दी गल गुरु ग्रंथ साहब दे विच है। तो एक बड़ा खूबसूरत शब्द जो मैं गुरु ग्रंथ साहब पढ़दे आ, ओ सभे जी समाल अपनी मेहर कर, अन्न पानी मुझ उपाए, दुख दालत बन तर। ਹੁਣ ਦੇਖੋ, ਇਹ ਕਿਸੇ ਸਿੱਖ ਲਈ, ਕਿਸੇ ਗੁਰੂ ਗ੍ਰੰਥ ਸਾਹਿਬ ਦੇ ਮੰਨਣ ਵਾਲੇ ਲਈ ਨਹੀਂ ਲਿਖੀ ਹੈ। ਇਹ ਸਭ ਲਈ ਅੰਨ ਪਾਣੀ, ਦੁੱਖ ਸੁੱਖ ਸਭ ਉਹਦੇ ਨਿਬੇੜ।
सब ਨੂੰ ਉਹਦੀ ਨੀਡਸ ਨੂੰ ਦੇ। ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਇਹ ਨਹੀਂ ਕਹਿ ਰਹੇ ਕਿ ਕੋਈ ਮਾੜਾ ਬੰਦਾ ਤੇ ਉਸ ਨੂੰ ਨਾ ਦੇ, ਸਭ ਨੂੰ। ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਸਮਾਜ ਦੇ ਸਿਰਜਣ ਦੀ ਗੱਲ ਕੀਤੀ ਜਿੱਥੇ ਸਭ ਦੀ ਆਪਣੀ ਆਪਣੀ ਹੋਂਦ ਦੀ ਹਿਫਾਜ਼ਤ ਹੋ ਸਕੇ, ਕੋਈ ਵੀ ਕਿਸੇ ਨਾਲ ਵੀ ਕਿਸੇ ਵੀ ਕਿਸਮ ਦੀ ਕਦੇ ਵੀ ਕੋਈ ਭੇਦਭਾਵ ਨਾ ਕਰ ਸਕੇ। ਤੇ ਜਿੱਥੇ ਭੇਦਭਾਵ ਹੋ ਰਿਹਾ, ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਖਿਲਾਫ ਬੋਲ ਰਹੇ ਨੇ। ਜੇ ਪੋਲੀਟੀਕਲ ਰਾਜਨੀਤਿਕ ਕੋਈ ਭੇਦਭਾਵ ਹੋ ਰਿਹਾ ਤਾਂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਨ ਬੈਠੇ ਸੁੱਤੇ। ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹਨਾਂ ਨੂੰ ਹੀ ਕਰ ਰਹੇ ਨੇ। ਅਗਰ ਕੋਈ ਰਿਲੀਜੀਅਸ ਭੇਦਭਾਵ ਹੋ ਰਿਹਾ ਤੇ ਉੱਤੇ ਗੁਰੂ ਸਾਹਿਬ ਬੋਲ ਰਹੇ ਨੇ, ਗੁਰੂ ਗ੍ਰੰਥ ਸਾਹਿਬ ਬੋਲ ਰਹੇ ਨੇ ਸਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ। ਔਰ ਜਿੱਥੇ ਕੋਈ ਸਮਾਜਿਕ ਭੇਦਭਾਵ ਹੋ ਰਿਹਾ ਉੱਥੇ ਕਹੇ ਨੇ ਹੱਕ ਪਰਾਇਆ ਨਾਨਕਾ ਉੱਚ ਵਰਸ ਗਾਏ। ਇਹ ਹੁਣ ਗੱਲਾਂ ਮੈਂ ਫਿਰ ਕਹਿ ਰਿਹਾ, ਫਿਰ ਦੁਬਾਰਾ ਫਿਰ ਕਹਿ ਰਿਹਾ ਕਿ ਬਾਣੀ ਨੂੰ ਉਹਦੀ ਬਿਹਾਈਂਡ ਦੀ ਲਾਈਨ ਸਮਝੀ ਕਿ ਬਾਣੀ ਸਾਨੂੰ ਮੈਸੇਜ ਕੀ ਦੇ ਰਹੀ ਹੈ। ਹੁਣ ਮਾਰੂ ਮਹੱਲੇ ਤੀਜੇ ਦਾ ਇੱਕ ਸ਼ਬਦ, ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਹੋਏ ਨਾ ਕਿਸੇ ਜਿਹਾ ਉਪਾਏ, ਆਪੇ ਫਰਕ ਕਰੇ ਵੇਖ ਵਿਕਸੇ। ਉਹਨਾਂ ਨੂੰ ਵੇਖ ਕੇ ਵਿਗਸ ਰਿਹਾ ਅਲੱਗ-ਅਲੱਗ ਜਿਹੜੇ ਉਹਨਾਂ ਦੀ ਜਿਹੜੀ ਕ੍ਰੀਏਸ਼ਨ ਹੈ, ਸਭ ਰਸ ਦੇ ਹੀ ਮਹਾ ਹੈ। ਉਹਨੇ ਸਾਰੇ ਰਸ ਸਾਰਾ ਕੁਝ ਉਹਦੇ ਪਾਤੇ, ਸਭ ਇੱਕੋ ਜਿਹੇ ਪ੍ਰਾਪਤ, ਅਲੱਗ-ਅਲੱਗ ਦਿਖਣ ਨੂੰ ਹੋਰ ਨੇ। ਉਹਨਾਂ ਦੀ ਆਇਡੈਂਟੀਟੀ ਆਪਣੀ ਅਲੱਗ-ਅਲੱਗ ਹੈ, ਕਦੀ ਵੀ ਉਸਨੂੰ ਜੋ ਹੈ ਉਹਨਾਂ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕਰਦੀ। ਸਭ ਕੁਝ ਜਿਹੜਾ ਉਹ ਸਭ ਵਿਗਤ ਰਿਹਾ ਤੇ ਦੇਖ ਕੇ ਖੁਸ਼ ਹੋ ਰਿਹਾ, ਕੋਈ ਵਿਰੋਧ ਨਹੀਂ ਹੈ ਨਾਲ, ਕੋਈ ਵੈਰ ਨਹੀਂ ਹੈ। ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਕਿੰਨਾ ਖੂਬਸੂਰਤੀ ਨਾਲ ਇਹ ਅਨੇਕਤਾ ਨੂੰ ਏਕਤਾ ਵਿੱਚ ਦੇਖਿਆ ਕਿ ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਵੇਖ ਕਰੇ ਇੱਕ ਰੰਗ। ਅਲੱਗ-ਅਲੱਗ ਰੂਪ ਨੇ, ਅਲੱਗ-ਅਲੱਗ ਰੰਗਾਂ ਦੇ ਵਿੱਚ ਨੇ, ਅਲੱਗ-ਅਲੱਗ ਵੇਖ ਨੇ, ਸਭ ਘਟ ਤਿਸਕੇ ਸਭ ਤਿਸਕੇ ਠਾਓ। ਕਮਾਲ। ਸਾਨੂੰ ਗੁਰੂ ਸਾਹਿਬ ਨੇ ਹਰ ਗੱਲ ਤੇ ਤਾਕੀਦ ਕੀਤੀ ਪਰ ਅਸੀਂ ਉਹਨੂੰ ਨਹੀਂ ਸਮਝ ਸਕੇ। ਇਹ ਜਿਹੜੀ ਇੱਕ ਸੁਰਤ ਹੈ, ਇਹ ਮਨੁੱਖ ਦੀ ਗਰਮਾ ਹੈ, ਮਨੁੱਖ ਦੀ ਆਜ਼ਾਦੀ, ਮਨੁੱਖ ਪ੍ਰਤੀ ਪ੍ਰੇਮ ਕਾਇਮ ਕਰਦਾ ਹੈ। ਤੋ ਜਿਹੜੀ ਗਰਾਊਂਡ ਰਿਐਲਿਟੀ ਦੇ ਉੱਤੇ ਮੈਂ ਇੱਕ ਥੋੜਾ ਜਿਹਾ ਅਲੱਗ ਇੱਕ ਹੋਰ ਖਿਆਲ ਮੈਂ ਆਪਣਾ ਜਿਹੜਾ ਸਾਡਾ ਸਮਾਜਿਕ ਤੌਰ ਤੇ ਅਸੀਂ ਆਮ ਤੌਰ ਤੇ, ਜਾਂ ਮੈਂ ਤੁਹਾਨੂੰ ਸੱਚੀ ਦੱਸਾਂ ਕਿ ਜਿਹੜੀ ਮੈਂ ਹੁਣ ਗੱਲ ਕਰਨ ਜਾ ਰਿਹਾ, ਇਸੇ ਗੱਲ ਨੂੰ ਦੇਖ ਕੇ ਆਪਣੇ ਸਮਾਜ ਵਿੱਚ ਇਹ ਜਿਹੜਾ ਵਿਸ਼ਾ ਹੈ, ਇਸ ਵਿਸ਼ੇ ਤੇ ਅਸੀਂ ਕੰਮ ਕੀਤਾ ਸੀ। ਤੇ ਉਹ ਹੈ ਕਿ ਅੱਜ ਹਰ ਰਿਸ਼ਤੇ ਵਿੱਚ ਸਮਾਜਿਕ ਤੌਰ ਤੇ, ਚਾਹੇ ਉਹ ਧਾਰਮਿਕ ਤੌਰ ਤੇ, ਕੌਮੀ ਤੌਰ ਤੇ ਅਸੀਂ ਵੇਖ ਰਹੇ ਹਾਂ, ਚਾਹੇ ਸਮਾਜਿਕ ਤੌਰ ਤੇ ਦੇਖ ਰਹੇ ਹਾਂ, ਤੇ ਚਾਹੇ ਅਸੀਂ ਘਰ ਦੇ ਵਿੱਚ ਇੱਕ ਫੈਮਿਲੀ ਵਿੱਚ ਦੇਖਦੇ ਹਾਂ, ਅੱਜ ਹਰ ਰਿਸ਼ਤੇ ਵਿੱਚ, ਹਰ ਸੰਬੰਧ ਵਿੱਚ ਪ੍ਰੇਮ ਦੀ ਥਾਂ ਤੇ, ਕਰੁਣਾ ਦੀ ਥਾਂ ਤੇ ਕਾਮ ਨੇ ਲੈ ਲਈ ਹੈ। ਧਿਆਨ ਰੱਖਣਾ, ਕਾਮ ਇੱਥੇ ਕਾਮ ਤੋਂ ਭਾਵ ਹੈ ਦੂਜੇ ਤੋਂ ਕੁਝ ਪਾਣ ਦੀ ਡਿਜ਼ਾਇਰ ਕਰਨਾ, ਦੂਜੇ ਦੀ ਚੀਜ਼ ਹਾਸਲ ਕਰਨ ਦੀ ਇੱਛਾ, ਇਹਨੂੰ ਵੀ ਕਾਮ ਕਹਿੰਦੇ। ਤਾਂ ਕਾਮ ਦਾ ਅਰਥ ਹੈ ਦੂਜੇ ਨੂੰ ਸਾਧਨ ਦੀ ਤਰ੍ਹਾਂ ਯੂਜ਼ ਕਰਨਾ। ਹਰ ਰਿਸ਼ਤੇ ਦੇ ਵਿੱਚ ਅਸੀਂ ਚਾਹੇ ਉਹ ਰਿਸ਼ਤੇ ਹੈ, ਚਾਹੇ ਉਹ ਦੋਸਤੀ ਹੈ, ਤੇ ਅਸੀਂ ਜੋ ਹੈ ਉਸਨੂੰ ਯੂਜ਼ ਕਰਦੇ ਹਾਂ ਆਪਣੇ ਮਤਲਬ ਲਈ। ਔਰ ਤੁਸੀਂ ਹੈਰਾਨ ਹੋਵੋਗੇ ਕਿੰਨਾ ਖੂਬਸੂਰਤ ਸ਼ਬਦ ਹੈ ਇਸ ਗੱਲ ਦਾ ਹੀ, ਕਿ ਗੋੜ ਮਹੱਲਾ ਚੌਥੇ ਦਾ ਸ਼ਬਦ ਹੈ ਕਿ ਜੋ ਸੰਸਾਰੇ ਕੇ ਕੁਟਮ ਮਿੱਤਰ ਭਾਈ ਦੀਸੈ। ਜੋ ਇਸ ਸੰਸਾਰ ਦੇ ਵਿੱਚ ਤੁਸੀਂ ਇਹ ਪਰਿਵਾਰ, ਮਿੱਤਰ, ਭਰਾ ਦੇਖ ਰਹੇ ਹੋ, ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾਸਾ, ਸਾਰੇ ਆਪਣੇ ਮਤਲਬ ਨਾਲ ਇੱਕ ਦੂਜੇ ਨਾਲ ਜੁੜੇ ਨੇ। ਇਹ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ। ਫਿਰ ਅੱਗੇ ਕੀ ਕਹਿ ਰਹੇ ਨੇ? ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ, ਜਿਸ ਦਿਨ ਉਹਨਾਂ ਦਾ ਮਤਲਬ ਪੂਰਾ ਨਹੀਂ ਹੁੰਦਾ, ਤਿਤ ਦਿਨ ਨੇੜੇ ਕੋ ਨਾ ਦੁਕਾਨਾ। ਫਿਰ ਉਹ ਤੁਹਾਡੇ ਨੇੜੇ ਨਹੀਂ ਹੁੰਦੇ। ਪਤਾ ਲੱਗ ਜਾਏ ਕਿ ਉਹਦਾ ਸਵਾਰਥ ਤੁਹਾਡੇ ਤੋਂ ਪੂਰਾ ਨਹੀਂ ਹੋਣਾ, ਫਿਰ ਉਹ ਤੁਹਾਡੇ ਨੇੜੇ ਨਹੀਂ ਆਉਂਦਾ। ਮੈਂ ਇਸ ਸਿਚੁਏਸ਼ਨ ਨੂੰ, ਇਸ ਹਾਲਾਤ ਨੂੰ ਆਪਣੀ ਸੁਸਾਇਟੀ ਦੇ ਵਿੱਚ ਦੇਖ ਕੇ ਜੋ ਹੈ ਮੇਰਾ ਇਸ ਸਬਜੈਕਟ ਦੇ ਉੱਤੇ ਕੰਮ ਕਰਨ ਦਾ ਦਿਲ ਕੀਤਾ ਸੀ। ਹਰ ਰਿਸ਼ਤਾ ਇੱਕ ਦੂਸਰੇ ਪ੍ਰਤੀ ਉਪਯੋਗ ਹੋ ਰਿਹਾ ਹੈ, ਯੂਜ਼ ਹੋ ਰਿਹਾ ਹੈ। ਰਿਸ਼ਤੇਦਾਰੀ ਹੋਵੇ, ਦੋਸਤੀ ਹੋਵੇ, ਧਰਮ ਹੋਵੇ, ਸਮਾਜ ਹੋਵੇ, ਸਭ ਦੇ ਸਭ ਆਪਣੇ ਆਪਣੇ ਹਿੱਤਾਂ ਨਾਲ, ਸ਼ਰਤਾਂ ਨਾਲ ਨਿਭਾਏ ਜਾ ਰਹੇ। ਕੰਪਰੋਮਾਈਜ਼ ਰਿਲੇਸ਼ਨ। ਮਨੋਵਿਗਿਆਨੀ ਇੱਕ ਸਾਈਕੋਲੋਜਿਸਟ ਤੇ ਫਿਲੋਸਫਰ ਨੇ ਕਿਹਾ ਸੀ
कि ये जिहड़े अपनी अपनी शर्तां नाल अपने अपने यूज लई रिश्ते निभाए जा रहे हैं, इसनूं आई ते इट दा रिश्ता कहते। देखो मनुख नूं एक ऑब्जेक्ट दी तौर ते जिहड़ा इस्तेमाल करना, इट इज माइन, शी इज माइन, असी एकदम ऐ कर देते हैं। एक ऑब्जेक्ट, जिवें कि एक ऑब्जेक्ट है, चाहे वो बच्चे होन, चाहे वो वाइफ होवे, चाहे कोई रिश्ता होवे, चाहे दोस्त होवे, ਉਹਦੇ ਚ ਮੈਂ ਮੇਰਾ ਹੈ ਜੀ, मी माई माई सैल्फ, आई मी माई माई सैल्फ ਦਾ ਜਿਹੜਾ ਕਨਸੈਪਟ ਹੈ ਉਹਨੂੰ ਲੈ ਲੈਣ। ਇਹ ਐਕਸਪਲੋਇਟੇਸ਼ਨ ਹੈ, ਇਹ ਸ਼ੋਸ਼ਣ। ਦੂਸਰੇ ਨੂੰ ਇਟ ਬਣਾਉਣਾ, ਇੱਕ ਵਸਤੂ ਦੀ ਤਰ੍ਹਾਂ, ਆਬਜੈਕਟ ਦੀ ਤਰ੍ਹਾਂ, ਉਹਦਾ ਸਤਿਕਾਰ ਨਾ ਕਰਨਾ, ਪ੍ਰੇਮ ਪਾਤਰ ਨਾ ਮੰਨਣਾ ਉਸਨੂੰ। ਇਹ ਆਪਣੀ ਹੋਂਦ ਨਾਲ, ਆਪਣੇ ਇੰਪ੍ਰੈਸ਼ਨ ਨਾਲ, ਆਪਣੀ ਸ਼ਕਤੀ ਨਾਲ ਉਸਨੂੰ ਆਪਣਾ ਬਣਾ ਲੈਣਾ। ਇਸਨੂੰ ਬਾਣੀ ਦੇ ਵਿੱਚ ਗੁਰਮਤਿ ਵਿੱਚ ਇਹਨੂੰ ਆਸਤਕਤਾ ਕਹਿੰਦੇ ਨੇ। ਔਰ ਜਿਸ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਇਸ ਨੂੰ ਵੀ ਸੰਬੋਧਨ ਕੀਤਾ, ਇਸ ਜਜ਼ਬੇ ਨੂੰ, ਇਸ ਗੱਲ ਨੂੰ ਕਿ ਦੂਜੇ ਨੂੰ ਆਪਣਾ ਬਣਾਉਣ ਵਾਲੇ। ਉਹ ਕਹਿੰਦੇ ਨੇ ਵਿਖੇ ਰਸ ਸਿਓ ਆਸਤਕ ਮੂੜੇ ਕਾਹੇ ਸੁਖ ਮਾਨ, ਕਿ ਤੂੰ ਦੂਜੇ ਦੇ ਆਇਡੈਂਟੀਟੀ ਨੂੰ ਆਪਣੇ ਮਤਲਬ ਲਈ ਯੂਜ਼ ਕਰ ਰਿਹਾ, ਤੈਨੂੰ ਕਦੀ ਸੁੱਖ ਨਹੀਂ ਮਿਲੇਗਾ। ਮੂੜੇ ਮੀਨ ਪਾਗਲਮੈਨ, ਪਾਗਲ ਬੰਦਾ। What do you expect from corrupt pleasures? ਇਹ ਜਿਹੜੀਆਂ ਨੇ ਇਹ ਕਰਪਟ ਪਲੇਜ਼ਰ ਨੇ। ਤੂੰ ਆਪਣੀ ਖੁਸ਼ੀ ਲਈ ਦੂਸਰੇ ਨੂੰ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਯੂਜ਼ ਲਈ, ਆਪਣੇ ਮਫਾਦ ਲਈ। ਇਹ ਕਰਪਟ ਪਲੇਜ਼ਰਸ ਨੇ। ਤਾਂ ਪ੍ਰੇਮ ਪਿਆਰ ਨਾਲ ਗੁਫ਼ਤਗੂ ਲਈ ਦੂਸਰੇ ਦੀ ਚੋਣ ਨਹੀਂ ਕੀਤੀ ਜਾ ਸਕਦੀ। ਜੋ ਉਹ ਹੈ, ਜਿਵੇਂ ਵੀ ਹੈ, ਉਵੇਂ ਹੀ ਉਸਨੂੰ ਐਕਸੈਪਟ ਕਰਨਾ, ਫਿਰ ਉਸਨੂੰ ਰਿਸਪੈਕਟ ਦੇਣੀ। ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਵਾਰ-ਵਾਰ ਸਮਝਾ ਰਹੇ ਨੇ। ਤੇ ਇਹਦੀ ਇੱਕ ਹੋਰ ਮਿਸਾਲ ਬੜੀ ਖੂਬਸੂਰਤ ਹੈ। ਇਹ ਗੁਰੂ ਅੰਗਦ ਸਾਹਿਬ ਜੀ ਦਾ ਸ਼ਬਦ ਹੈ, ਜਿਸ ਪਿਆਰੇ ਸਿਓ ਨਿਹ ਤਿਸ ਆਗੇ ਮਰ ਚਲੀ, ਦ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨਾ। ਲੋ ਹੁਣ ਸਮਝੀਏ ਇਸ ਖੂਬਸੂਰਤ ਇਸ਼ਾਰੇ, ਬਿਹਾਈਂਡ ਦੀ ਲਾਈਨ ਜਿਹਨੂੰ ਕਹਿੰਦੇ ਕਿ ਰਿਸ਼ਤੇ ਦੀ ਪ੍ਰਤੀ ਜ਼ਿੰਮੇਵਾਰੀ ਦੀ ਇੰਤਹਾ ਹੈ। ਜਿਸ ਪਿਆਰੇ ਸਿਓ ਨਿਓ ਤਿਸ ਆਗੇ ਮਰ ਚੱਲੀਏ। ਇੱਥੇ ਜਿਸ ਪਿਆਰੇ ਤੋਂ ਭਾਵ ਅਦਰਸ, ਆਬਜੈਕਟ, ਜਿਹਨੂੰ ਜਿਸ ਤਰ੍ਹਾਂ ਆਬਜੈਕਟ ਯੂਜ਼ ਕਰਦੇ ਆ, ਉਸ ਦੂਜੇ ਨੂੰ ਆਪਣਾ ਮੰਨਣਾ, ਉਸ ਦੀ ਰੋਸ਼ਨੀ ਨੂੰ ਸਰੋਤ ਮੰਨਣਾ, ਉਸਦੀ ਇੱਜ਼ਤ ਕਰਨਾ, ਔਰ ਫਿਰ ਉਸ ਲਈ ਤਿਸ ਅੱਗੇ ਮਰ ਚੱਲੀਏ, ਜ਼ਰੂਰਤ ਪਵੇ ਉਹਦੇ ਲਈ ਆਪਣੀ ਜਾਨ ਵੀ ਦੇ ਦੇਣਾ। ਇਹ ਗੁਰੂ ਸਾਹਿਬ ਨੇ ਰਿਸ਼ਤਿਆਂ ਨੂੰ ਕਿਤਨੀ ਵੱਡੀ ਇੱਕ ਰਿਸਪੈਕਟ ਦਿੱਤੀ ਹੈ। ਇਹ ਧਾਰਮਿਕ ਜਿਹੜਾ ਬਣਾਉਣ ਲਈ ਸਾਨੂੰ ਪ੍ਰੇਰ ਰਹੇ ਨੇ। ਇਹ ਧਾਰਮਿਕ ਇੰਪੈਕਟ ਹੈ। ਤਾਂ ਹਰ ਵਿਅਕਤੀ ਜੀਵ ਤੋਂ ਲੈ ਕੇ ਪਰਮਾਤਮਾ ਤੱਕ ਫੈਲਿਆ ਹੋਇਆ। ਇਸ ਲਈ ਹਰ ਇੱਕ ਤੋਂ ਪ੍ਰੇਰਿਤ ਹੋਣਾ ਹੈ, ਹਰ ਇੱਕ ਤੋਂ ਕੁਛ ਨਾ ਕੁਛ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਹੈ, ਔਰ ਇਸ ਹੱਦ ਤੱਕ ਪ੍ਰੇਰਿਤ ਹੋਣਾ ਹੈ ਕਿ ਜਾਨ ਦੀ ਵੀ ਜਿਹੜੀ ਹੈ ਉਹ ਪਰਵਾਹ ਨਾ ਹੋਵੇ। ਯਾਦ ਰੱਖਣਾ, ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਕੇਵਲ ਸਿਧਾਂਤ ਹੀ ਨਹੀਂ ਹੈ, ਸਗੋਂ ਅਮਲ ਵੀ ਹੈ। ਇਹ ਗੱਲ ਸਮਝੀ, ਅਸੀਂ ਸਿਧਾਂਤ ਕਹਿ ਲਏ, ਪੜ੍ਹ ਲਏ, ਔਰ ਫਿਰ ਅਮਲ ਨਾ ਕੀਤਾ, ਤਾਂ ਗੁਰੂ ਸਾਹਿਬ ਨੇ ਪੂਰੇ ਬ੍ਰਹਮੰਡ ਨੂੰ, ਪੂਰੇ ਯੂਨੀਵਰਸ ਨੂੰ, ਜਾਂ ਕਹਿ ਲਈਏ ਵਿਸ਼ਵ ਨੂੰ, ਇੱਕ ਐਸੇ ਸ਼ਹਿਰ ਬਣਾਉਣ ਦੀ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਬੇਗਮਪੁਰਾ ਕਿਹਾ। ਇੱਕ ਹੋਰ ਖੂਬਸੂਰਤ ਮਿਸਾਲ, ਇੱਕ ਐਸਾ ਸ਼ਹਿਰ ਜਿੱਥੇ ਸਭ ਭਰਾਵਾਂ ਵਾਂਗ ਰਹਿਣ, ਜਿੱਥੇ ਸ਼ਹਿਰ ਜਿਹੜਾ ਅਪਰਾਧ ਰਹਿਤ ਹੋਵੇ, ਜਿੱਥੇ ਪ੍ਰੇਮ ਭਾਵ ਹੋਵੇ, ਜਿੱਥੇ ਬਿਨ ਬੇਨਤਾ ਦਾ ਵਿਤਕਰਾ ਨਾ ਹੋਵੇ, ਕੋਈ ਪਹਿਲਾ ਨੰਬਰ ਦੂਜਾ ਨੰਬਰ ਸ਼ਹਿਰੀ ਨਾ ਹੋਵੇ। ਤਾਂ ਇਹਦੀ ਇੱਕ ਮਿਸਾਲ ਜਿਹੜਾ ਸ਼ਬਦ ਹੈ ਬੇਗਮਪੁਰਾ ਸ਼ਹਿਰ ਕੋ ਨਾਮ, ਕਿ ਉਹ ਜਿੱਥੇ ਬੇਗਮ, ਜਿੱਥੇ ਕੋਈ ਗਮ ਨਹੀਂ। ਉਹਨਾਂ ਨੇ ਪੂਰੀ ਯੂਨੀਵਰਸ ਨੂੰ, ਪੂਰੇ ਸੰਸਾਰ ਨੂੰ ਬੇਗਮ ਕਿਹਾ ਕਿ ਐਸਾ ਬੇਗਮ, ਐਸਾ ਸੰਸਾਰ ਬੇਗਮ ਹੋ ਜਾਵੇ, ਐਸਾ ਸ਼ਹਿਰ ਬਣ ਜਾਵੇ ਜਿੱਥੇ ਕੀ ਹੋਵੇ, ਦੁੱਖ ਅੰਦੋ ਨਹੀਂ ਤੇ ਠਾਓ, देयर इज नो सफरिंग, ਕੋਈ ਉਹਦੇ ਸਫਰਿੰਗ ਨਾ ਹੋਵੇ। ਫਿਰ ਅੱਗੇ ਜਾ ਕੇ ਕਹਿੰਦੇ ਨੇ ਖੌਫ ਨਾ ਖਤਾ ਨਾ ਤਰਸ ਜਵਾਲ, ਜਿੱਥੇ ਕੋਈ ਫੀਅਰ ਨਹੀਂ, देयर इज नो ਫੀਅਰ, ਕੋਈ ਡਾਊਨਫਾਲ ਨਾ ਹੋ ਜਿੱਥੇ ਹੋਵੇ। ਫਿਰ ਕਹਿੰਦੇ ਉਹਾਂ ਖੈਰ ਸਦਾ ਮੇਰੇ ਭਾਈ, देयर इज लास्टिंग पीस एंड सेफ्टी, जिथे सुरक्षा भी है, जिथे सुख शांति भी है। दोम ना सोम एक सौ आही, किथे किथे कोई नंबर 1 नंबर 2 शहरी नहीं है, ऑल आर इक्वल। फिर कहते हैं जो हम शहरी सो मीत हमारा। whoever it is a citizen, there is a friend of mine। कोई भी है
गुरु साहब तो पूरी लिविंग बीइंग की गल करते। एक और बड़ी गुरबाणी का शब्द आया मेरे सामने कि जिहड़ी तेर मेर करदे आ असीं एक दूसरे नाल जिहड़ी है वो एकसारता नहीं एकसुरता की गल नूं समझण लई कि हो जाए पुछा पुछा सुहाग सुहागन तुसी कित पिर पायाड़ा प्रभ मेरा, कि मैं जाके उन्होंने पूछा कि तू तुहानू रब किवें मिलिया। अगों जवाब की है, मैं ऊपर नदर करी फिर साचे मैं छुड़ियाड़ा मेरा तेरा। जदों मैं मेर तेर छड़ दिती तां मेरे ते ग्रेस हुई। देखो ग्रेस जिहड़ी है जिहड़ी नदर है ये वर्षा की तरह परमात्मा साडे सब ते हो रहा है आ रही है, पर उस भांडे विच आएगी जिहदा भांडा सिद्ध है। आई एम सॉरी साडे भांडे पिछे साडे विच तेर मेर है। जिस दिन तेर मेर खत्म होएगी तुहाडे ते ग्रेस आएगी नदर आएगी। परमात्मा कहता है कि जे बंदा इंसान कोई चंगा काम करे वो परमात्मा नूं सिला है, जे कोई इंसान माड़ा काम करे तो इंसान खुद उहदा जिम्मेवार है, क्योंकि परमात्मा ने तेरे ते नदर करके तेनू ऐसी सोच दे दी जिथे तू देख सके कि यह गलत है ते यह ठीक है। रात दिन दा हनेरे ते रोशनी दी तेनू समझ देती कि यह रोशनी है हनेरा है। जान दे बुझदे हुए तू पाप करदा है तू गलत काम करदा है तो यू आर रिस्पोंसिबल नॉट गॉड। आमतौर पर बच्चे सवाल पूछते रहे कि जे रब सब कुछ कर रहा है तो चोरी भी तो रब बंदे नूं कह रहा है। रब ने तुहानू समझ देती सुरत देती बुद्धि देती जानते बुझते हुए भी ये गलत काम है फिर भी किया जाता है तो वो इंसान उसका जिहड़ा जिम्मेवार है। मैं ऊपर नदर करी फिर साचे मेरे उत्ते नदर कर दी उस परमात्मा ने। मैं छुड़ियाड़ा मेरा तेरा, मैं मेरा तेरा छड्डता है, मैं मीम माई सेल्फ कल्चर छड़ दिता है। और इस बुद्ध महात्मा बुद्ध ने बड़ी खूबसूरती नाल कहा कि अगर असी दूसरियां विच अपना अक्स देखिए तो असी किसी को नुकसान नहीं पहुंचा सकते। इफ वी सी आवरसेल्व्स इन अदर्स देन whom कैन वी हर्ट। अगर मैं अपने आप नूं या मैं सोचा कि दूसरे दे विच रब है दूसरे दे विच भी है, मैं किसी नूं हर्ट नहीं करांगा, किसी नूं बेगाना नहीं बनावांगा, किसी नाल बैर नहीं रखांगा। तो गुरु साहब रस्ता दस गए ने, कितना खूबसूरत शब्द दस गए ने, बिसर गई सब तात पर आई जब ते साथ संगत मोह पाई, ना को बैरी ना ही बेगाना सगल संग हमको बन आई। इस तो वध खूबसूरत मिसाल मैनू लगता नहीं मिलने। एक मसला हो रहा है अज जेंडर रेशो की गल करिए तो जेंडर एक्सक्लूजन की गल हो रही है, फीमेल फुटिसाइड की गल हो रही है, इस्त्री नाल ज्यादतियां असीं आम देख रहे हैं, परिवारां विच समाज विच इस्त्री नाल वितकरे होंदे ने, उसकी होंद नूं एक्सैप्ट नहीं किया जाता और एक बड़ा वड्डा मसला है। गुरु साहब ने यह संदेश दिता गुरु नानक साहब ने कि जे सृष्टि का रहस्य जानने का अनुभव करना है तो उस लई इस्त्री आत्मा बनना जरूरी है। इस गल नूं बड़ी गौर नाल सुनना कि जे सृष्टि का रहस्य समझना है कुदरत नूं समझना है तो फिर इस्त्री की आत्मा बनना पड़ेगा। परमात्मा नाल मिलाप भी तां ही हो सकेगा। कुल के लिए पूरी कायनात नूं पूरी यूनीवर्स नूं परमात्मा का रहस्य प्राप्त करन लई महला अध्यात्म ते महला रूह बनन लिखिया गुरु नानक साहब ने। और ये जिहड़ा महला रूह कहना या महला अध्यात्म कहना इस्त्री नूं बराबरी बंदे तो मेल तो भी स्पिरिटी जिहड़ी दसी है वो फीमेल नूं दसी है गुरु नानक साहब। इस्त्री दी पहचान इस्त्री दी होंद नूं इज्जत दित्ती है। गुरु साहब ने महिला ते पुरुष दा भेद ही मिटा दिता। अंतिम अनुभव जिसनों प्रभु का मिलाप कह सकते हैं। हर बंदा जदों धार्मिक बंदा है वही है मैं प्रभु नाल मिलाप कर ते महिला अध्यात्म नाल उन्होंने डिफाइन कर दिता गुरु साहब ने। कुल जगत नूं इस्त्री दी होंद नूं सत्कार करन दा स्नेहा दिता, इस्त्री दी होंद नूं प्रोटेक्ट करन दा स्नेहा दिता। और ये सब कुछ किवें होएगा जे साडे दे विच अचरण दी सभ्यता आए, अचरण की गल आए ते अचरण की सभ्यता लई प्रोफेसर पूरन सिंह ने 4 लाइनां लिखियां ने जिहड़ियां मैं तुहाडे नाल शेयर करना। प्रोफेसर पूरन सिंह कहंदे ने कि निमरता
दया, प्यार ते खुल दिली, ये सारे अचरण की बोली है, इस चरण की भाषा है, ये भाषा है चरण। जेडे एबोन व्याख्यान आने अचरण की अख, अचरण का मतलब समझो अचरण की है, वो कहते ने किसी एक अख विच अथरू आवे तो सारे संसार दी अखां विच अथरू आ जाए, ये है अचरण। इनू करुणा भी कहते हैं कि किसी दूसरे का दुख देख के अपने आप ही दुख महसूस करना। ये एक वर्ड है दया, कंपैशन। एक है करुणा। करुणा जिहड़ी है ये दया तो भी बड़ा एस्पैक्ट बनता है कि किसी नूं दुख ही दे के तुहानूं दुख महसूस होवे, वो है धर्मी। अचरण नाल नवे नैन प्रगट हो जाण। देखो हर किसी नूं अपनी थां ते समय अनुसार अपने रब की प्राप्ति लई अपनी किश्ती आप चलानी है। हुण इसनूं भी बिहाइंड दी लाइन समझ लो, जिहड़े असीं पैसे दे के पाठ करवाने, अरदासां अपने लिए दूसरिਆਂ कोल करवानियां, इत्थे पूरन सिंह कह रहे हैं कि हर एक नूं अपनी थां ते समय अनुसार अपने रब की प्राप्ति लई अपनी किश्ती आप चलानी पई। चरण का विकास ही जीवन का सब तो वड्डा जिहड़ा ये उपदेश है। सानू सब नूं मिल के पूरी मनुखता नूं बचाने लई सिर्फ ते सिर्फ इक्को राह है, वो है अचरण की सभ्यता, अचरण समझ। अज जदों असीं देखदे हां तां सानू हर पासे हनेरा दिखता है। हनेरा कितना भी होवे चिंता ना, हनेरे का कोई अस्तित्व ही नहीं है। थोड़ा जिहा जोत का प्रकाश, एक मोमबत्ती हनेरे कमरे जलाती जावे तां ये समझ लो कि उत्थे प्रकाश हो जाएगा। इनू समझना एक प्रतीक है, हनेरा अज्ञानता का ते बरम का प्रतीक है, और जिहड़ा प्रकाश है ज्ञान का प्रतीक है। प्रकाश तो थोड़ी दूरी बना लोगे तो हनेरा, ज्ञान तो परे हो जाओगे तो अज्ञानता आ जाएगी। तो प्रकाश जिहड़ा हनेरा की है, हनेरा प्रकाश का अभाव, ज्ञान ना होना। अज्ञानता की है, ज्ञान की होंद नहीं है। गल गुरु ग्रंथ साहब के प्रकाश की कर रहे हैं, गुरु ग्रंथ साहब की विचार की, ज्ञान की गल कर रहे हैं। गुरु ग्रंथ साहब साडे शब्द गुरु ने। तुहानूं मैं दसा, एक जिहड़ा कमल का फुल है, इहदा सुभाव है कि जिधर सूरज जाता है उधर उधर वो अपना मुख कर लेता है। मतलब असी प्रकाश नूं अगर ज्ञान कहते ते सानू भी ज्ञान दे नाल अपना जिहड़ा तवज्जो है वो ज्ञान दे नाल रखनी है। मैं तुहानूं थोड़ा जिहा कौमी तौर ते दस देवां कि सुकरात एथन्स दा जिहड़ी है उहदी विजडम दी, उहदी बुद्धिमत्ता दी जिहड़ी है इंटैलीजेंस दी राजधानी एथन्स। उत्थे सुकरात वो एक एथन्स दा सूरज सी सुकरात। जिस दिन सुकरात दा दी डेथ हो जाती है, प्रकाश जदों बुझ जाता है, उस दिन तो एथन्स दा दीवा बुझ गया। सुकरात तो बाद एथन्स दा जो किसी समय इंटैलीजेंस दा एक कहंदे ने बुलंदियां ते सी, एथन्स दा चर्चा सी पूरी दुनिया में, वो अज जे देखिए तो एथन्स दी कोई पहचान नहीं रही, हैसियत ही नहीं रही एथन्स दी। सुकरात दे टाइम ज्ञान सी। मैं इत्थों कहण दा भाव है कि जिस कौम दे विच जिहड़ी कौम अज्ञानता दे विच आ जाएगी, वो कौम की जिहड़ी हैसियत है, जो उस कौम की जिहड़ी होंद है, ये सारे विश्व नूं कलावे विच लैणा है, अपना बनाना है, तो दूसरे दी होंद नाल प्रेम ही सब तो वड्डा माध्यम है। और गुरु ग्रंथ साहब प्रेम दी एक सागर है। जिस मनुख अंदर प्रेम होवे उसनूं जगत की कोई भी चीज पैड़ी नहीं लगती, इत्थे कोई चीज करूप नहीं लगती दिसती, उसनूं अनेकता विच एकता दिसती है। तो मैं इस सबजैक्ट नूं खत्म करन वेले इतनी बेनती करांगा कि ये जिहड़ी एक्सैप्ट, रिस्पैक्ट एंड प्रोटैक्ट द आइडेंटिटी ऑफ अदर्स, इसनूं असीं समझिए और अपनी जिंदगियां दे विच लिआइए। ये कदम अज तो हुणे तो ही चुकने पैणगे, कल का इंतजार ना करो। ये कितना इंपोर्टेंट फैक्ट है जिस नाल असीं देख रहे हैं, जिहदे अभाव नाल साडे बच्चे साडे तो दूर हो रहे हैं, साडी जवानी साडे तो दूर हो रही है। असीं अपनी
ਜਿਹੜੀ ਸਾਡੀ ਗੁਰਮੁਖੀ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੈ, ਸਾਡੇ ਬੱਚੇ, ਸਾਡੀ ਜਨਰੇਸ਼ਨ, ਅਸੀਂ ਆਪ ਉਸ ਤੋਂ ਦੂਰ, ਕਿਉਂਕਿ ਇਹ ਸਭ ਕੁਝ ਇਸੇ ਤਰ੍ਹਾਂ ਦੀ ਚੱਲਦਾ ਰਿਹਾ ਤਾਂ ਕੱਲ ਦੀ ਜਿਹੜੀ ਇਹ ਆਏਗਾ ਹੀ ਨਹੀਂ। ਇਸ ਲਈ ਅੱਜ ਹੀ ਇਹ ਕਰਨਾ ਹੈ। We should learn what we are doing to make the whole world better place। ਇੱਥੇ ਮੈਂ ਜਦੋਂ whole world ਕਿਹਾ, ਇਹਦੇ ਬੜੇ ਮਤਲਬ ਨੇ। ਮੇਰੀ ਕੌਮ ਲਈ ਵੀ ਮੈਂ whole world ਕਿਹਾ, ਔਰ ਵੈਸੇ ਵੀ ਮੈਂ ਪੂਰੀ ਮਨੁੱਖਤਾ ਲਈ ਵੀ whole world ਕਿਹਾ। ਤੋ ਇਹ ਮੇਰਾ ਅੱਜ ਦਾ ਵਿਸ਼ਾ ਜੀ, ਮੈਂ ਇੱਥੇ ਸਮਾਪਤ ਕਰਦਾ। ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਇਸ ਟੌਪਿਕ ਨੂੰ, ਇਸ ਵਿਸ਼ੇ ਨੂੰ ਸਮਝੀਏ, ਇਸ ਤੇ ਵਿਚਾਰ ਕਰੀਏ। ਔਰ ਇਹ ਵਿਸ਼ਾ ਜਿਹੜਾ ਹੈ, ਇਸ ਤੇ ਵਿਚਾਰ ਜਦੋਂ ਕਰਾਂਗੇ, ਇਹ ਜਦੋਂ ਸਾਡੀ ਟਾਕਿੰਗ ਟਰਮ ਦੇ ਵਿੱਚ ਆ ਜਾਏਗਾ, ਸਾਡੇ ਵਿਚਾਰ ਦੇ ਵਿੱਚ ਆ ਜਾਏਗਾ, ਅਸੀਂ ਆਪਣੀ ਜਨਰੇਸ਼ਨ ਤੱਕ ਵੀ ਇਹ ਵਿਚਾਰ ਅੱਗੇ ਲੈ ਜਾ ਸਕਦੇ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।